ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ 3-4 ਮੁੱਦਿਆਂ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਿੰਨੀਆਂ ਨੌਕਰੀਆਂ ਨੇ, ਇੱਥੇ ਕੀ ਹਾਲਤ ਆ, ਇਹਦੇ ਬਾਰੇ ਅਸੀਂ ਮਿਨਿਸਟਰ ਆਫ ਜੌਬਸ ਰਵੀ ਕਾਹਲੋਂ ਹੋਣਾ ਦੇ ਨਾਲ ਖਾਸ ਗੱਲਬਾਤ ਕਰਨੀ ਹੈ। ਇੱਕ ਅਸੀਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਬਾਰੇ ਗੱਲਬਾਤ ਕਰਨੀ ਆ। ਆਉਣ ਵਾਲੇ ਦਿਨਾਂ ਦੇ ਵਿੱਚ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ। ਪੰਜਾਬੀ ਬੋਲੀ ਲਈ ਕੀ ਕੀਤਾ ਜਾ ਰਿਹਾ, ਪਲੀ ਤੋਂ ਬਲਵੰਤ ਸੰਘੇੜਾ ਜੀ ਸਾਡੇ ਨਾਲ ਖਾਸ ਤੌਰ 'ਤੇ ਗੱਲਬਾਤ ਕਰਨਗੇ। ਅਤੇ ਇਸੇ ਤਰ੍ਹਾਂ ਹੀ ਜਿਹੜੀ ਬਹੁਤ ਸਾਰੇ ਹੁਣ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਛ ਖੁੱਲ੍ਹ ਰਿਹਾ ਆ, ਟਰੈਵਲ ਖੁੱਲ੍ਹ ਰਿਹਾ ਆ, ਬਹੁਤ ਸਾਰੇ ਲੋਕ ਇੰਡੀਆ ਤੋਂ, ਸਾਡੇ ਪੰਜਾਬ ਤੋਂ ਇੱਥੇ ਆ ਰਹੇ ਆ। ਇੰਸ਼ੋਰੈਂਸ ਬਹੁਤ ਮਹੱਤਵਪੂਰਨ ਚੀਜ਼ ਹੁੰਦੀ ਆ। ਕਿਹੜਾ ਇੰਸ਼ੋਰੈਂਸ ਚਾਹੀਦਾ ਆ, ਇਹਦੇ ਸੰਬੰਧੀ ਅਸੀਂ ਪਰਮਿੰਦਰ ਥਿੰਦ ਜੀ ਦੇ ਨਾਲ ਗੱਲਬਾਤ ਕਰਨੀ ਆ। ਅਤੇ ਇੱਕ ਘਟਨਾ ਵੈਨਕੂਵਰ ਦੇ ਪਾਰਕਾਂ ਵਿੱਚ ਵਾਪਰ ਰਹੀ ਆ। ਔਰਤਾਂ ਨੂੰ ਸੈਕਸੁਅਲੀ ਅਸੌਲਟ ਕੀਤਾ ਜਾ ਰਿਹਾ। ਲੋਕ ਇਕੱਲੇ ਸੈਰ ਕਰਨ ਜਾਣੋਂ, ਇੱਧਰ ਉੱਧਰ ਘੁੰਮਣੋਂ ਡਰਨ ਲੱਗ ਪਏ ਆ। ਉਹ ਘਟਨਾ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਅਸੀਂ ਗੱਲਬਾਤ ਕਰਨੀ ਆ ਬਲਵੰਤ ਸੰਘੇੜਾ ਜੀ ਦੇ ਨਾਲ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਬਾਰੇ। ਸਾਰਿਆਂ ਦੀ ਮਾਂ ਬੋਲੀ ਜਿਹੜੀ ਵੀ ਆ ਉਹਨੂੰ ਪਿਆਰ ਕਰਨਾ ਚਾਹੀਦਾ, ਉਹਨੂੰ ਸਮਝਣਾ ਚਾਹੀਦਾ, ਉਹਨੂੰ ਚੰਗੀ ਤਰ੍ਹਾਂ ਸਿੱਖਣਾ ਚਾਹੀਦਾ ਅਤੇ ਉਹ ਹੋਰ ਯਤਨ ਕਰਨੇ ਚਾਹੀਦੇ ਆ। ਅਸੀਂ ਪੰਜਾਬ ਤੋਂ ਜਨਮ ਲੈ ਕੇ ਇੱਧਰ ਆਏ ਹਾਂ, ਸਾਡੀ ਮਾਂ ਬੋਲੀ ਪੰਜਾਬੀ ਆ। ਅਸੀਂ ਚਾਹੁੰਦੇ ਹਾਂ ਕਿ ਅੱਗੇ ਬੱਚੇ ਵੀ ਪੰਜਾਬੀ ਸਿੱਖਣ ਤਾਂ ਕਿ ਉਹ ਆਪਣੇ ਵਿਰਸੇ, ਆਪਣੇ ਸੱਭਿਆਚਾਰ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝ ਸਕਣ। ਇੱਕ ਵੇਲਾ ਸੀ ਜਦੋਂ ਲੋਕ, ਜਾਂ ਅਜੇ ਵੀ ਸ਼ਾਇਦ ਉਹ ਵੇਲਾ ਹੈਗਾ, ਕਿ ਪੰਜਾਬੀ ਨੂੰ ਬਹੁਤ ਚੰਗੀ ਭਾਸ਼ਾ ਨਹੀਂ ਮੰਨਦੇ, ਅੰਗਰੇਜ਼ੀ ਨੂੰ ਬਹੁਤ ਚੰਗੀ ਭਾਸ਼ਾ ਮੰਨਦੇ ਆ। ਕੋਈ ਵੀ ਭਾਸ਼ਾ ਮਾੜੀ ਨਹੀਂ ਹੁੰਦੀ, ਪਰ ਸਾਡੇ ਮਨ ਦੇ ਉੱਤੇ ਅੰਗਰੇਜ਼ੀ ਦਾ ਇੱਕ ਸੁਤੇ ਸਿੱਧ ਪ੍ਰਭਾਵ ਹੈਗਾ। ਅੰਗਰੇਜ਼ੀ ਬਹੁਤ ਜ਼ਰੂਰੀ ਆ, ਅੰਗਰੇਜ਼ੀ ਸਿੱਖਣੀ ਚਾਹੀਦੀ ਹੈ, ਅੰਗਰੇਜ਼ੀ ਤੋਂ ਬਿਨਾਂ ਇੱਥੇ ਨਹੀਂ ਸਰਦਾ। ਪਰ ਫਿਰ ਵੀ ਪੰਜਾਬੀ ਸਿੱਖਣੀ ਵੀ ਜ਼ਰੂਰੀ ਆ। ਪੰਜਾਬੀ ਇੰਨੀ ਕੁ ਇੱਥੇ ਹੋ ਚੁੱਕੀ ਆ ਕਿ ਹੁਣ ਪੰਜਾਬੀ ਦੇ ਸਿਰ 'ਤੇ ਬਹੁਤ ਸਾਰੀਆਂ ਨੌਕਰੀਆਂ ਲਈਆਂ ਜਾ ਸਕਦੀਆਂ। ਪਲੀ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ। ਬਲਵੰਤ ਸੰਘੇੜਾ ਜੀ ਦੇ ਨਾਲ ਅਸੀਂ ਗੱਲਬਾਤ ਕੀਤੀ ਆ, ਉਹ ਗੱਲਬਾਤ ਤੁਹਾਡੇ ਲਈ ਲੈ ਕੇ ਹਾਜ਼ਰ ਆ। ਅੰਤਰਰਾਸ਼ਟਰੀ ਮਾਂ ਬੋਲੀ ਦਿਵਸ 21 ਫਰਵਰੀ ਨੂੰ ਮਨਾਇਆ ਜਾਂਦਾ। ਅਸੀਂ ਪੰਜਾਬ ਦੇ ਵਿੱਚ ਜਨਮ ਲੈ ਕੇ ਕੈਨੇਡਾ ਦੇ ਵਿੱਚ ਆਏ ਹਾਂ। ਅੰਗਰੇਜ਼ੀ ਨਾਲ ਸਾਡਾ ਇੱਥੇ ਵਾਹ ਪਿਆ। ਪੰਜਾਬੀ ਬਹੁਤ ਹੱਦ ਤੱਕ ਇੱਥੇ ਆ ਕੇ ਉਹਨੇ ਤਰੱਕੀ ਕੀਤੀ ਆ। ਸਾਰਾ ਕੰਮ ਪੰਜਾਬੀ ਦੇ ਵਿੱਚ। ਜੇ ਕੋਈ ਸਾਰੀ ਉਮਰ ਵੀ ਇੱਥੇ ਰਹਿ ਕੇ ਅੰਗਰੇਜ਼ੀ ਨਾ ਬੋਲੇ ਤਾਂ ਉਹਦਾ ਸਰ ਸਕਦਾ, ਉਹ ਨੌਕਰੀ ਵੀ ਕਰ ਸਕਦਾ। ਇਸ ਤਰ੍ਹਾਂ ਦੇ ਹਾਲਾਤ ਨੇ। ਸਕੂਲਾਂ ਦੇ ਵਿੱਚ ਵੀ ਪੰਜਾਬੀ ਆ, ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਵੀ ਪੰਜਾਬੀ ਉੱਚ ਪੱਧਰ ਤੱਕ ਪੜ੍ਹਾਈ ਜਾਂਦੀ ਆ। ਇਹਦੇ ਲਈ ਪੰਜਾਬੀ ਲਈ ਇਹ ਜ਼ਰੂਰੀ ਕਿਉਂ ਆ ਇੱਥੇ ਪੰਜਾਬੀ? ਜਿਹੜੇ ਅਗਲੀ ਪੀੜ੍ਹੀ ਦੇ ਬੱਚੇ ਆ ਸਕੂਲਾਂ ਦੇ ਵਿੱਚ, ਕੀ ਉਹਨਾਂ ਦੀ ਮਾਂ ਬੋਲੀ ਪੰਜਾਬੀ ਆ? ਉਹਨਾਂ ਨੂੰ ਪੰਜਾਬੀ ਘਰਾਂ ਦੇ ਵਿੱਚ ਆਪਣੇ ਆਪ ਬੋਲਚਾਲ 'ਚ ਆਈ ਜਾਂਦੀ ਆ। ਉਹਨਾਂ ਨੂੰ ਦੂਜੀ ਭਾਸ਼ਾ ਫਰੈਂਚ ਸਿਖਾਉਣੀ ਚਾਹੀਦੀ ਹੈ ਅੰਗਰੇਜ਼ੀ ਦੇ ਨਾਲ। ਪੰਜਾਬੀ ਦੇ ਫਾਇਦੇ ਕੀ ਆ, ਕਿਉਂ ਜ਼ਰੂਰੀ ਆ ਸਾਡੇ ਲਈ? ਅਤੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਜਿਹੜਾ 21 ਤਰੀਕ ਨੂੰ ਆ, ਉਹਦੀ ਸੈਲੀਬ੍ਰੇਸ਼ਨ ਪਲੀ ਕਿਸ ਤਰੀਕੇ ਨਾਲ ਕਰ ਰਹੀ ਹੈ, ਇਹਦੇ ਸੰਬੰਧੀ ਗੱਲਬਾਤ ਕਰਨ ਲਈ ਅਸੀਂ ਬਲਵੰਤ ਸੰਘੇੜਾ ਜੀ ਕੋਲ ਆਏ ਹਾਂ। ਸੰਘੇੜਾ ਸਾਹਿਬ, ਪਹਿਲਾਂ ਤਾਂ ਦੱਸਿਓ ਕਿ ਜਿਹੜੀ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਆ, ਇਹ ਕਦੋਂ ਮਨਾਇਆ ਜਾ ਰਿਹਾ ਪਲੀ ਵੱਲੋਂ ਜੀ? ਹਾਂਜੀ, ਇਹ 27 ਫਰਵਰੀ ਨੂੰ ਐਤਵਾਰ ਆ, 1:30 ਵਜੇ ਤੋਂ 4 ਵਜੇ ਤੱਕ। ਅਤੇ ਐਤਕੀ ਕਰੋਨਾ ਵਾਇਰਸ ਕਰਕੇ ਅਸੀਂ ਜ਼ੂਮ 'ਤੇ ਮਨਾ ਰਹੇ ਹਾਂ। ਸੋ ਇਹ ਜਿਹੜਾ ਦਿਨ ਆ, ਜਿਸ ਕਾਰਨ 1999 ਵਿੱਚ ਸ਼ੁਰੂ ਹੋਇਆ, ਕਿਉਂਕਿ ਬੰਗਾਲੀ ਕਮਿਊਨਿਟੀ ਹੈ ਜਿਹੜੀ, ਉਹ ਆਪਣੀ ਮਾਂ ਬੋਲੀ ਲਈ ਬਹੁਤ ਜਿੱਦਾਂ ਵਚਨਬੱਧ ਆ। ਉਹਨਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ, ਕਿਉਂਕਿ ਪਾਕਿਸਤਾਨ ਜਦ ਬਣਿਆ ਨਾ, ਇੱਥੇ ਦੋ ਪਾਕਿਸਤਾਨ, ਈਸਟ ਪਾਕਿਸਤਾਨ 'ਚ ਜਿਹੜਾ ਬੰਗਲਾਦੇਸ਼ ਜਿਹਨੂੰ ਕਹਿੰਦੇ ਆਪਾਂ, ਉੱਥੇ ਵੀ ਉਰਦੂ ਉਹਨੀ ਓਫੀਸ਼ੀਅਲ ਲੈਂਗੁਏਜ ਲਾਈ ਸੀ। ਲੇਕਿਨ ਬੰਗਾਲੀ ਕਹਿੰਦੇ ਵੀ ਸਾਡਾ ਇੱਥੇ ਜਿਹੜਾ ਈਸਟ ਪਾਕਿਸਤਾਨ, ਜਿਹੜਾ ਬੰਗਲਾਦੇਸ਼ ਆ, ਇੱਥੇ ਬੰਗਲਾ ਚਾਹੀਦੀ ਆ ਮੇਨ ਲੈਂਗੁਏਜ। ਸੋ ਉਹਨੇ ਕੁਰਬਾਨੀਆਂ ਵੀ ਕੀਤੀਆਂ ਔਰ ਰੈਕਗਨਾਈਜ਼ ਵੀ ਹੋ ਗਿਆ। ਸੋ ਇਸ ਵੇਲੇ ਬੰਗਾਲ 'ਚ ਬੰਗਲਾਦੇਸ਼ 'ਚ ਬੰਗਾਲੀ ਆ। ਔਰ ਉਹਨੇ UN ਨੂੰ ਅਪਰੋਚ ਕੀਤਾ। ਯੂਨਾਈਟਿਡ ਨੇਸ਼ਨਸ ਨੇ 1999 ਵਿੱਚ ਇਸ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਨ ਬਣਾਤਾ। 21 ਫਰਵਰੀ ਓਫੀਸ਼ੀਅਲੀ ਸਾਰੀ ਦੁਨੀਆ 'ਚ 21 ਫਰਵਰੀ ਨੂੰ ਹਰ ਇੱਕ ਕਮਿਊਨਿਟੀ ਆਪਣੀ ਮਾਂ ਬੋਲੀ ਦਾ ਦਿਨ ਮਨਾਉਂਦੀ ਆ। ਸੋ ਅਸੀਂ ਵੀ ਸਾਡਾ 19ਵਾਂ ਆ ਮਾਂ ਬੋਲੀ ਦਿਨ, ਅਤੇ ਅਸੀਂ ਹਰ ਸਾਲ ਮਨਾਉਂਦੇ ਹਾਂ, ਜਿਵੇਂ ਤੁਸੀਂ ਜਾਣਦੇ ਹੋ। ਔਰ ਅਸੀਂ ਇੱਕ ਤਾਂ ਅਵੇਅਰਨੈਸ ਕ੍ਰੀਏਟ ਕਰਦੇ ਹਾਂ, ਦੂਸਰਾ ਬੱਚਿਆਂ ਨੂੰ ਇਨਵੋਲਵ ਕਰਦੇ ਹਾਂ ਅਸੀਂ ਨਾਲ। ਪੇਰੈਂਟਸ ਤਾਂ ਬੱਚੇ ਵੀ ਸਾਡੇ ਨਾਲ ਇਨਵੋਲਵ ਹੋਣ ਔਰ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦੇ ਹਾਂ। ਸੋ ਜਿਹੜਾ ਇਹ ਆਪਣਾ ਹੁਣ 27 ਫਰਵਰੀ ਨੂੰ ਅਸੀਂ ਮਨਾ ਰਹੇ ਹਾਂ ਦਿਨ, ਇਹਦੇ ਵਿੱਚ ਵੀ ਅਸੀਂ ਐਤਕੀ ਜਿਸ ਤਰ੍ਹਾਂ ਥੋੜ੍ਹਾ ਜਿਹਾ ਚੇਂਜ ਕੀਤਾ। ਅਸੀਂ ਕੈਨੇਡਾ ਵਿੱਚ ਵੀ ਦੇਖਣਾ ਚਾਹੁੰਦੇ ਵੀ ਹੋਰ ਨਾ
ਕੈਨੇਡਾ ਦੇ ਭਾਗਾਂ ਵਿੱਚ ਵੀ ਪੰਜਾਬੀ ਕਿਵੇਂ ਚੱਲ ਰਹੀ ਆ। ਇਸ ਲਈ ਅਸੀਂ ਇੱਕ ਸੱਜਣ ਜਿਹੜੇ ਪੰਜਾਬੀ 'ਚ ਕਾਫੀ ਇਨਵੋਲਵਡ ਆ ਔਰ ਪੰਜਾਬੀ ਦੇ ਸ਼ੁਭ ਚਿੰਤਕ ਆ, ਡਾਕਟਰ ਗੁਰਨਾਮ ਸਿੰਘ ਢਿੱਲੋਂ, ਉਹਨਾਂ ਨੂੰ ਇਨਵਾਈਟ ਕੀਤਾ। ਇਸੇ ਤਰ੍ਹਾਂ ਅਸੀਂ ਕੈਲਗਰੀ ਤੇ ਐਡਮਿੰਟ ਤੋਂ ਵੀ ਜਿਹੜੇ ਪੰਜਾਬੀ ਦੇ ਆਪਣੇ ਵਿਦਵਾਨ ਆ ਉਹਨਾਂ ਨੂੰ ਇਨਵਾਈਟ ਕੀਤਾ। ਉਹਦੇ ਨਾਲ ਹੀ ਸਾਡੇ ਵੈਨਕੂਵਰ ਤੋਂ ਗੁਰਿੰਦਰ ਮਾਨ ਹੈ ਆਪਣਾ ਨੌਜਵਾਨ, ਜਿਹੜਾ UBC ਪੰਜਾਬੀ ਪੜ੍ਹਾਉਂਦਾ। ਸੋ ਇਹ ਇਹਨਾਂ ਦਾ ਪੰਜ ਬੰਦੇ ਜਿਹਨਾਂ ਦਾ ਪੈਨਲ ਆਊਗਾ ਔਰ ਇਹ ਡਿਸਕਸ ਕਰਨਗੇ ਵੀ ਪੰਜਾਬੀ ਦੀ ਕੀ ਹਾਲਤ ਹੈ, ਕਿਵੇਂ ਪੰਜਾਬੀ ਚੱਲ ਰਹੀ ਆਲ ਓਵਰ ਕੈਨੇਡਾ। ਇਸ ਦੇ ਨਾਲ ਹੀ ਅਸੀਂ ਫੋਕਸ ਲੋਕਲ 'ਤੇ ਵੀ ਕਰ ਰਹੇ ਹਾਂ। ਸਾਡੀ ਇੱਕ ਲੜਕੀ ਆ, ਟੀਚਰ ਵੀ ਆ ਆਪਣੀ LA ਮੈਥੀਸਨ 'ਚ, ਪ੍ਰਭਜੋਤ ਕੌਰ ਆ, ਅਤੇ ਉਹ ਪਹਿਲਾਂ ਆਪਣੇ ਅਪਡੇਟ ਦਊਗੀ ਵੀ ਕਿਵੇਂ ਉਹ LA ਮੈਥੀਸਨ ਬਹੁਤ ਕੁਛ ਕਰ ਰਿਹਾ ਪੰਜਾਬੀ 'ਚ। ਹਰ ਸਾਲ ਉਹ ਆਪਣਾ ਬੱਚਿਆਂ ਨੂੰ ਇਨਾਮ ਵਗੈਰਾ ਵੀ ਦਿੰਦੇ ਆ, ਆਪਣੇ ਟਾਹਾਂ ਪ੍ਰਾਈਜ਼ ਆ ਉਹਨੂੰ ਵੀ ਪ੍ਰਮੋਟ ਕਰਦੇ ਆ। ਸੋ ਪ੍ਰਭਜੋਤ ਸ਼ੁਰੂ ਕਰੂਗੀ। ਉਸ ਦੇ ਨਾਲ ਉਸ ਤੋਂ ਬਾਅਦ ਮੈਂ ਅਤੇ ਸਾਧੂ ਅਸੀਂ ਪੰਜਾਬੀ ਦੀ ਜਿਹੜੀ ਅਪਡੇਟ ਆ ਇੱਥੇ BC ਵਿੱਚ ਉਹ ਦੇਵਾਂਗੇ, ਅਤੇ ਉਦੋਂ ਬਾਅਦ ਪੈਨਲ ਹੋਊਗਾ। ਅਤੇ ਜਿੱਦਾਂ ਬਾਕੀ ਬਾਅਦ 'ਚ ਬੱਚੇ ਹੋਣਗੇ, ਅਸੀਂ ਬੱਚਿਆਂ ਨੂੰ ਵੀ ਕਾਫੀ ਇਨਵੋਲਵ ਕੀਤਾ। ਬੱਚੇ ਆਪਣੀਆਂ ਕਵਿਤਾਵਾਂ, ਐਸੇ ਅਤੇ ਕਹਾਣੀਆਂ ਉਹ ਸੰਗਤਾਂ ਨਾਲ ਸਾਂਝੀ ਕਰਨਗੇ। ਲੇਕਿਨ ਇਸ ਸਾਲ ਕਿਉਂਕਿ ਕਰੋਨਾ ਵਾਇਰਸ ਆ, ਇਸ ਕਰਕੇ ਜਿੱਦਾਂ ਥੋੜ੍ਹਾ ਡਿਫਰੈਂਟ ਫਾਰਮੈਟ ਆ, ਇਹ ਹੈਗਾ ਆ ਆਪਣਾ ਜ਼ੂਮ 'ਤੇ। ਸੋ ਇਸ ਲਈ ਅਸੀਂ ਬੇਨਤੀ ਕਰਦੇ ਹਾਂ ਆਪਣੇ ਭੈਣਾਂ ਭਰਾਵਾਂ ਬੱਚਿਆਂ ਨੂੰ ਵੀ ਤੁਸੀਂ ਜ਼ੂਮ 'ਤੇ ਉਸ ਸਾਡੇ ਨਾਲ ਜੁਆਇਨ ਹੋਵੋ, ਔਰ ਉਹ ਜਿਹੜਾ ਲਿੰਕ ਆ ਸਾਨੂੰ ਫੋਨ ਕਰੋ, ਅਸੀਂ ਲਿੰਕ ਤੁਹਾਨੂੰ ਭੇਜ ਦੇਵਾਂਗੇ। ਜਿਹੜਾ ਲਿੰਕ ਤਿਆਰ ਹੋ ਗਿਆ, ਮੇਰਾ ਨੰਬਰ ਆ 604 836 9976, 604 836 8976, ਅਤੇ ਸਾਧੂ ਵਿਨੰਗ ਹੋਣਾ ਦਾ ਨੰਬਰ ਆ 778 773 1886, 778 773 1886। ਅਸੀਂ ਉਦੋਂ ਜਦ ਲਿੰਕ ਰੈਡੀ ਹੋ ਗਿਆ ਅਸੀਂ ਲਿੰਕ ਭੇਜਾਂਗੇ। ਅਸੀਂ ਚਾਹੁੰਦੇ ਹਾਂ ਕਿ ਵੀ ਜਿੰਨੀ ਵੀ ਜ਼ਿਆਦਾ ਸ਼ਮੂਲੀਅਤ ਹੋ ਸਕਦੀ ਆ ਆਪਣੇ ਪੰਜਾਬੀ ਭੈਣਾਂ ਭਰਾਵਾਂ ਦੀ ਉਹ ਹੋਵੇ। ਬਾਕੀ ਤੁਸੀਂ ਕੁਐਸਚਨ ਰੇਜ਼ ਕੀਤਾ ਪੰਜਾਬੀ ਦੇ ਫਾਇਦੇ ਕੀ ਆ। ਅਸੀਂ ਹਰ ਇੱਕ ਜ਼ਬਾਨ ਦੀ ਰਿਸਪੈਕਟ ਕਰਦੇ ਹਾਂ, ਲੇਕਿਨ ਅਸੀਂ ਪੰਜਾਬੀ ਲਈ ਵਚਨਬੱਧ ਹਾਂ। ਅਸੀਂ ਚਾਹੁੰਦੇ ਹਾਂ ਵੀ ਸਾਡੇ ਬੱਚਿਆਂ ਨੂੰ, ਕਿਉਂਕਿ ਹੁਣ ਦੇਖੋ ਗੁਰਦੁਆਰਿਆਂ ਵਿੱਚ, ਖਾਲਸਾ ਸਕੂਲਾਂ ਵਿੱਚ, ਸਿੱਖ ਅਕੈਡਮੀਆਂ 'ਚ ਕਾਫੀ ਪੰਜਾਬੀ ਪ੍ਰਮੋਟ ਕੀਤੀ ਜਾ ਰਹੀ ਹੈ। ਲੇਕਿਨ ਜਿਹੜਾ ਸਾਡਾ ਪਲੀਜ਼ ਆ ਪੰਜਾਬੀ ਲੈਂਗੁਏਜ ਐਜੂਕੇਸ਼ਨ ਐਸੋਸੀਏਸ਼ਨ ਦਾ ਪਹਿਲਾਂ ਤੋਂ ਹੀ, ਅਸੀਂ ਚਾਹੁੰਦੇ ਹਾਂ ਜਿਹੜੇ ਪਬਲਿਕ ਸਕੂਲਸ ਆ, ਪਬਲਿਕ ਯੂਨੀਵਰਸਿਟੀਜ਼ ਆ, ਇੱਥੇ ਵੀ ਸਾਡੇ ਬੱਚਿਆਂ ਨੂੰ ਪੰਜਾਬੀ ਪੜ੍ਹਨ ਦਾ ਹੱਕ ਮਿਲੇ, ਔਰ ਉਹ ਮਿਲਿਆ ਵੀ ਆ। ਇਸ ਵੇਲੇ ਸਾਰੀ ਜਿਵੇਂ 8 ਸਕੂਲ ਆ ਹਾਈ ਸਕੂਲ ਜਿੱਥੇ ਪੰਜਾਬੀ ਚੱਲ ਰਹੀ ਹੈ, ਇਸੇ ਤਰ੍ਹਾਂ 5-6 ਐਲੀਮੈਂਟਰੀ ਸਕੂਲ ਆ, ਨਿਊ ਵੈਸਟਮਿੰਸਟਰ ਦਾ ਇੱਕ ਮਿਡਲ ਸਕੂਲ ਆ, ਕੁਈਨਸਬਰੋ ਮਿਡਲ ਸਕੂਲ, ਅਤੇ ਵੈਸਟਮਿੰਸਟਰ ਹਾਈ ਸਕੂਲ, ਉੱਥੇ ਪੰਜਾਬੀ ਬਹੁਤ ਕਈਆਂ ਸਾਲਾਂ ਤੋਂ ਚੱਲ ਰਹੀ ਆ। ਨਾਰਥ ਡੈਲਟਾ ਵਿੱਚ ਪੰਜਾਬੀ ਆ, ਬਰਨਵੀ ਸਾਊਥ ਸੈਕੰਡਰੀ 'ਚ, ਇਸੇ ਤਰ੍ਹਾਂ ਐਵਰਸਫੋਰਡ ਆ 5-6 ਸਕੂਲ ਜਿੱਥੇ ਪੰਜਾਬੀ ਚੱਲ ਰਹੀ ਹੈ। ਸੋ ਕਾਫੀ ਹੋ ਰਹੀ ਹੈ ਤਰੱਕੀ ਇਸ ਬਾਰੇ, ਕਾਫੀ ਸਾਨੂੰ ਜਿੱਦਾਂ ਸਹਿਯੋਗ ਮਿਲ ਰਿਹਾ। ਜਿਹੜਾ ਜੀ ਫਾਇਦੇ ਆ ਜਿਸ ਕਾਰਨ ਇਸ ਵੇਲੇ ਪੰਜਾਬੀ ਖਾਸ ਕਰ ਆਪਣੇ ਮੈਟਰੋ ਵੈਨਕੂਵਰ, ਮੈਟਰੋ ਟੋਰਾਂਟੋ, ਐਡਮਿੰਟਨ, ਕੈਲਗਰੀ ਵਰਗੇ ਟਾਊਨਾਂ ਵਿੱਚ ਪੰਜਾਬੀ ਇਸ ਵੇਲੇ ਰੁਜ਼ਗਾਰ ਦੀ ਭਾਸ਼ਾ ਬਣ ਗਈ ਆ। ਕਿਉਂਕਿ ਬੱਚਿਆਂ ਨੂੰ ਜਦ ਪੰਜਾਬੀ ਪੜ੍ਹਦੇ ਆ, ਇੱਕ ਪੰਜਾਬੀ ਲੈਂਗੁਏਜ ਦਾ ਜਾਣਨਾ ਬਹੁਤ ਵੱਡਾ ਐਸੈਟ ਆ, ਔਰ ਉਹਨਾਂ ਨੂੰ ਜੋਬ ਵਿੱਚ ਬਹੁਤ ਮਦਦ ਮਿਲਦੀ ਆ ਹਰ ਇੱਕ ਲੈਵਲ 'ਤੇ, ਆਪਣੇ ਪ੍ਰੋਵਿੰਸ਼ੀਅਲ, ਲੋਕਲ, ਫੈਡਰਲ ਲੈਵਲ 'ਤੇ। ਜੇ ਬੱਚਿਆਂ ਨੂੰ ਪੰਜਾਬੀ ਆਉਂਦੀ ਆ, ਜਦੋਂ ਅਪਲਾਈ ਕਰਦੇ ਤਾਂ ਉਹਨਾਂ ਨੂੰ ਪਹਿਲ ਦਿੱਤੀ ਜਾਂਦੀ ਆ। ਸੋ ਉਹ ਸਾਨੂੰ ਬਹੁਤ ਖੁਸ਼ੀ ਦੀ ਗੱਲ ਆ। ਅਸੀਂ ਚਾਹੁੰਦੇ ਹਾਂ ਕਿ ਬੱਚੇ ਜਿੰਨੇ ਵੀ ਇਸ ਪਾਸੇ ਆ ਸਕਦੇ ਆਉਣ। ਔਰ ਸਾਨੂੰ ਕਈ ਵਾਰ ਫੋਨ ਆਉਂਦੇ ਆ, ਅੰਕਲ ਮੈਨੂੰ ਜੋਬ ਮਿਲ ਗਈ ਕਿਉਂਕਿ ਮੈਨੂੰ ਪੰਜਾਬੀ ਆਉਂਦੀ ਆ। ਔਰ ਤੁਸੀਂ ਦੇਖਿਆ ਹੋਊਗਾ ਆਪਣੇ ਸਿਟੀ ਹਾਲਾਂ ਵਿੱਚ, ਹੌਸਪੀਟਲ ਵਿੱਚ, ਬਿਜ਼ਨਸਾਂ ਵਿੱਚ, ਕ੍ਰੈਡਿਟ ਯੂਨੀਅਨ, ਬੈਂਕਾਂ, ਹਰ ਥਾਈਂ ਸਾਈਨਾਂ ਲੱਗੀਆਂ, ਅਸੀਂ ਪੰਜਾਬੀ ਬੋਲਦੇ ਹਾਂ। ਹੁਣ ਦੇਖੋ ਤੁਸੀਂ ਹੌਸਪੀਟਲਾਂ ਦਾ, ਸਰੀ ਹੌਸਪੀਟਲ ਦੇਖੋ ਪੰਜਾਬੀ ਕਿੰਨੀ ਚੱਲ ਰਹੀ ਆ, ਇਸੇ ਤਰ੍ਹਾਂ ਵੈਨਕੂਵਰ ਜਨਰਲ ਹੌਸਪੀਟਲ। ਔਰ 2 ਸਾਲ ਹੋਏ ਅਸੀਂ ਜਿਸ ਕਾਰਨ ਇੱਥੇ ਰਿਚਮੰਡ ਹੌਸਪੀਟਲ ਵਿੱਚ ਵੀ ਆਪਣਾ ਨੰਬਰ 5 ਗੁਰਦੁਆਰੇ ਥਰੂ ਅਸੀਂ $50,000 ਰੇਜ਼ ਕੀਤਾ ਸੀ ਹੌਸਪੀਟਲ ਲਈ। ਔਰ ਬਾਅਦ ਅਸੀਂ ਉਹਨਾਂ ਨੂੰ ਅਪਰੋਚ ਕੀਤਾ, ਮੈਂ ਕਿਹਾ ਵੀ ਅਸੀਂ ਦੇਖੋ ਆਹ ਕੀਤਾ ਹੁਣ ਹੌਸਪੀਟਲ ਲਈ, ਤੁਸੀਂ ਵੀ ਸਾਡੇ ਲਈ ਕੁਛ ਕਰੋ। ਉਹਨਾਂ ਨੂੰ ਕਿਹਾ ਵੀ ਤੁਸੀਂ ਪੰਜਾਬੀ ਦੀ ਸਾਈਨ ਨਹੀਂ ਲਵਾਓ। ਹੁਣ ਰਿਚਮੰਡ ਹੌਸਪੀਟਲ ਵਿੱਚ ਵੀ ਥਰੂ ਆਊਟ ਦਾ ਹੌਸਪੀਟਲ ਪੰਜਾਬੀ ਲੱਗੂ ਹੋਈ ਹੈ।
ਪੰਜਾਬੀ ਸਾਈਨਾਂ ਹੈਗੀਆਂ। ਸੋ ਇਸ ਕਰਕੇ ਆਪਾਂ ਸਾਰੇ, ਮੈਂ ਤਾਂ ਇਹ ਅਪੀਲ ਕਰਦਾ ਹੁੰਦਾ ਵੀ ਆਪਾਂ ਸਾਰੇ ਪੰਜਾਬੀ ਦੇ ਐਂਬੈਸਡਰ ਬਣੀਏ। ਜਿੰਨਾ ਵੀ ਯੋਗਦਾਨ ਆਪਾਂ ਪਾ ਸਕਦੇ ਆ ਆਪਣੇ ਇੰਡੀਵਿਜੂਅਲ ਜਾਂ ਕਲੈਕਟਿਵ ਲੈਵਲ 'ਤੇ ਉਹ ਪਾਈਏ। ਦੂਸਰੇ ਬੱਚੇ ਜਦ ਪੰਜਾਬੀ ਪੜ੍ਹਦੇ ਆ, ਪੰਜਾਬੀ ਆਉਂਦੀ ਉਹਨਾਂ ਨੂੰ, ਜਿਸ ਕਾਰਨ ਉਹ ਆਪਣੇ ਬਜ਼ੁਰਗਾਂ ਨਾਲ, ਆਪਣੇ ਮਾਪਿਆਂ ਨਾਲ ਤਾਂ ਹੈਗਾ ਹੀ ਆ, ਲੇਕਿਨ ਦਾਦਾ ਦਾਦੀ, ਨਾਨਾ ਨਾਨੀ, ਹੋਰ ਜਿਹੜੀ ਐਕਸਟੈਂਡਡ ਫੈਮਿਲੀ ਆ ਉਹਨਾਂ ਨੂੰ ਪੰਜਾਬੀ 'ਚ ਕਮਿਊਨੀਕੇਟ ਕਰ ਸਕਦੇ ਆ, ਕਿਉਂਕਿ ਆਪਣੇ ਬਜ਼ੁਰਗਾਂ ਨੂੰ ਇੰਗਲਿਸ਼ ਨਹੀਂ ਆਉਂਦੀ ਆਮ ਤੌਰ 'ਤੇ। ਇਸ ਕਰਕੇ ਜਦੋਂ ਪੰਜਾਬੀ ਦੇ ਬਾਕੀ ਉਹ ਆਪਣੇ ਵਿਰਸੇ ਨਾਲ ਜੁੜਦੇ ਆ। ਜਦੋਂ ਪੰਜਾਬੀ ਲੈਂਗੁਏਜ ਲਰਨ ਕਰਨਗੇ, ਆਪਣੇ ਨਾਵਲ, ਸਟੋਰੀਆਂ ਵਗੈਰਾ ਪੜ੍ਹਨਗੇ, ਉਹਨਾਂ ਦਾ ਇੰਟਰਸਟ ਵੱਧਦਾ, ਆਪਣੇ ਕਲਚਰ 'ਚ ਵੱਧਦਾ, ਆਪਣੇ ਧਰਮ ਵਿੱਚ ਵੀ ਵੱਧਦਾ, ਉਹ ਗਾਹਾਂ ਦੀ ਗਾਹਾਂ ਵੀ ਉਹ ਐਕਸਪਲੋਰ ਕਰਦੇ ਹੋਰ। ਸੋ ਇਸ ਕਰਕੇ ਪੰਜਾਬੀ ਦੇ ਫਾਇਦੇ ਬਹੁਤ ਆ। ਔਰ ਵੈਸੇ ਵੀ ਇੱਕ ਹੋਰ ਸਟੱਡੀ ਹੋਈ ਆ, ਰਿਸਰਚ, ਜੇ ਤੁਹਾਨੂੰ ਇੱਕ ਲੈਂਗੁਏਜ ਤੋਂ ਜ਼ਿਆਦਾ ਲੈਂਗੁਏਜਸ ਆਉਂਦੀਆਂ ਤਾਂ ਤੁਹਾਡੀਆਂ ਜਿਹੜੀਆਂ ਕੋਗਨੀਟਿਵ ਐਬਿਲਿਟੀਜ਼ ਆ, ਦਿਮਾਗੀ ਤਾਕਤ ਹੈ, ਉਹ ਵੱਧਦੀ ਆ। ਸੋ ਇਹ ਵੀ ਬਹੁਤ ਫਾਇਦਾ। ਸੋ ਇਸ ਕਰਕੇ ਅਸੀਂ ਤੁਹਾਡੇ ਥਰੂ ਮੈਂ ਅਪੀਲ ਕਰਦਾ ਆਪਣੀ ਕਮਿਊਨਿਟੀ ਨੂੰ ਵੀ ਆਓ ਆਪਾਂ ਮਾਂ ਬੋਲੀ ਪੰਜਾਬੀ ਲਈ ਜਿੰਨਾ ਵੀ ਜ਼ਿਆਦਾ ਤੋਂ ਜ਼ਿਆਦਾ ਯੋਗਦਾਨ ਪਾ ਸਕਦੇ ਆ ਭਾਈ। ਇੱਕ ਸੰਘੇੜਾ ਸਾਹਿਬ, ਸਵਾਲ ਇੱਥੇ ਹੈ, ਬਹੁਤੇ ਬੱਚੇ ਕਹਿੰਦੇ ਵੀ ਸਾਨੂੰ ਫਰੈਂਚ ਸਿੱਖਣ ਦੇ ਜ਼ਿਆਦਾ ਫਾਇਦੇ ਆ, ਅਸੀਂ ਫਰੈਂਚ ਸਿੱਖ ਲਈਏ, ਪੰਜਾਬੀ ਸਾਨੂੰ ਵੈਸੇ ਹੀ ਬੋਲਚਾਲ ਨਾਲ ਆਈ ਜਾਂਦੀ ਹੈ, ਸਕੂਲ 'ਚ ਪੰਜਾਬੀ ਸਿੱਖਣੀ ਜ਼ਿਆਦਾ ਜ਼ਰੂਰੀ ਹੈ ਜੀ? ਬਿਲਕੁਲ ਜੀ ਬਿਲਕੁਲ, ਕਿਉਂਕਿ ਜੇ ਪਹਿਲਾਂ ਤੋਂ ਪੰਜਾਬੀ ਨਾਲ ਜੁੜ ਜਾਣਗੇ ਤਾਂ ਗਾਹਾਂ ਦੀ ਗਾਹਾਂ ਇੰਟਰਸਟ ਉਹਨਾਂ ਦਾ ਬਣਿਆ ਰਹਿੰਦਾ। ਜਿੱਥੋਂ ਤਾਈਂ ਫਰੈਂਚ ਦਾ ਸਵਾਲ ਆ, ਕਿਉਂਕਿ ਇਹ ਗ੍ਰੇਡ 11 'ਚ ਵੀ ਜਾ ਕੇ ਫਰੈਂਚ ਲੈ ਸਕਦੇ ਆ, ਗ੍ਰੇਡ 9 'ਚ ਵੀ ਫਰੈਂਚ ਲੈ ਸਕਦੇ ਆ। ਜਿਹੜੀ ਫਰੈਂਚ ਦਾ ਜਿਹੜਾ ਮੇਨ ਫਾਇਦਾ ਆ, ਜਿਸ ਕਾਰਨ ਉਹ ਹੈਗਾ ਜੇ ਤੁਸੀਂ ਫੈਡਰਲ ਜੌਬ ਲੈਣੀ ਹੈ। ਬਾਕੀ ਹੁਣ ਆਪਾਂ ਦੇਖੀਏ ਆਪਣੇ BC, ਅਲਬਰਟਾ, ਸਸਕੈਚੁਆਨ, ਮੈਨੀਟੋਬਾ, ਇਹਨਾਂ 'ਚ ਫਰੈਂਚ ਦੀ ਇੰਨੀ ਹੈ ਨਹੀਂ ਬੁੱਕਤ। ਸੋ ਸਾਨੂੰ ਇੱਥੇ ਖਾਸ ਕਰ ਪੰਜਾਬੀ ਦੀ ਜ਼ਿਆਦਾ ਲੋੜ ਆ ਫਰੈਂਚ ਨਾਲੋਂ। ਠੀਕ ਆ, ਫਰੈਂਚ ਸਿੱਖਣੀ ਚਾਹੀਦੀ ਆ, ਉਹ ਬੱਚੇ ਸਿੱਖਦੇ ਵੀ ਆ, ਪਹਿਲਾਂ ਪੰਜਾਬੀ ਲੈਂਦੇ, ਬਾਅਦ ਫਰੈਂਚ ਵੀ ਲੈ ਲੈਂਦੇ ਆ। ਅਤੇ ਸਾਡੀ ਜਿੱਦਾਂ ਅਸੀਂ ਫਰੈਂਚ ਦੇ ਖਿਲਾਫ ਨਹੀਂ, ਲੇਕਿਨ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚਿਆਂ ਨੂੰ ਪੰਜਾਬੀ ਦਾ ਵੀ ਮੌਕਾ ਮਿਲੇ ਲਰਨ ਕਰਨ ਦਾ ਔਰ ਉਸ ਨੂੰ ਯੂਜ਼ ਕਰਨ ਦਾ। ਬਹੁਤ ਬਹੁਤ ਸ਼ੁਕਰੀਆ ਸੰਘੇੜਾ ਸਾਹਿਬ, ਮਿਹਰਬਾਨੀ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ, ਜਿਸ ਕਾਰਨ ਤੁਹਾਡਾ ਔਰ ਚੈਨਲ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ। ਦੋਸਤੋ, ਇਹ ਬਹੁਤ ਹੀ ਮਹੱਤਵਪੂਰਨ ਆ ਗੱਲ। ਸਧਾਰਨ ਜੀ ਲੱਗਦੀ ਹੈ ਵੀ ਪੰਜਾਬੀ ਸਿੱਖਣੀ ਚਾਹੀਦੀ ਆ, ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ। ਇਹ ਪੰਜਾਬੀ ਦਿਵਸ ਨਹੀਂ ਆ, ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਆ। ਜਿਹੜੀ ਵੀ ਜਿਹਦੀ ਮਾਂ ਬੋਲੀ ਆ ਉਹਨੂੰ ਉਹ ਸਿੱਖੇ ਅਤੇ ਗਾਂ ਯਤਨ ਕਰੇ ਵੀ ਅਗਲੀ ਪੀੜ੍ਹੀ ਵੀ ਸਿੱਖੇ। ਇਹਦੇ ਨਾਲ ਤੁਸੀਂ ਘੱਟੋ ਘੱਟ ਆਪਣੇ ਵਿਰਸੇ ਨਾਲ, ਆਪਣੇ ਸੱਭਿਆਚਾਰ ਨਾਲ ਜ਼ਿਆਦਾ ਚੰਗੀ ਤਰ੍ਹਾਂ ਜੁੜਦੇ ਆ। ਔਰ ਪੰਜਾਬੀ ਭਾਸ਼ਾ ਦੀਆਂ ਬਹੁਤ ਸਾਰੀਆਂ ਖੂਬੀਆਂ ਇਸ ਜ਼ੁਬਾਨ ਦੀਆਂ, ਦੁਨੀਆ ਦੀਆਂ ਬਹੁਤ ਸਾਰੀਆਂ ਜ਼ੁਬਾਨਾਂ ਨੇ, ਪੰਜਾਬੀ ਉਹਨਾਂ ਦੇ ਵਿੱਚੋਂ ਬਿਹਤਰੀਨ ਜ਼ੁਬਾਨਾਂ ਦੇ ਵਿੱਚੋਂ ਇੱਕ ਆ। ਇਹਦੇ ਨਾਲ ਜਦੋਂ ਤੁਸੀਂ ਪੰਜਾਬੀ ਬੋਲ ਲੈਂਦੇ ਹੋ, ਜਿਸ ਤਰ੍ਹਾਂ ਆਮ ਤੌਰ 'ਤੇ ਕਹਿੰਦੇ ਵੀ ਇਹ ਟੋਨਲ ਲੈਂਗੁਏਜ ਆ, ਜਿਹੜਾ ਬੰਦਾ ਪੰਜਾਬੀ ਬੋਲ ਲੈਂਦਾ ਦੁਨੀਆ ਦੀ ਕੋਈ ਵੀ ਜ਼ੁਬਾਨ ਬੋਲ ਸਕਦਾ। ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਉੱਤੇ ਪਲੀਜ਼ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਵੀ ਜੁੜੋ ਅਤੇ ਘੱਟੋ ਘੱਟ ਇਹਦੇ ਬਾਰੇ ਅੱਗੇ ਜਿਹੜੀ ਗੱਲ ਆ ਉਹ ਵੀ ਤੁਰਨੀ ਚਾਹੀਦੀ ਆ। ਕੈਮਰਾਮੈਨ ਅਮਿਤ ਪਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਜਿੱਦਾਂ ਜਿੱਦਾਂ ਹੁਣ ਟਰੈਵਲ ਖੁੱਲ੍ਹ ਰਿਹਾ, ਬਹੁਤ ਸਾਰੇ ਲੋਕ ਇੱਥੇ ਆ ਰਹੇ ਆ। ਇੰਸ਼ੋਰੈਂਸ ਬਹੁਤ ਜ਼ਰੂਰੀ ਆ। ਸਾਡਾ ਇੱਥੇ MSP ਕਵਰ ਹੁੰਦਾ, ਆਪਾਂ ਨੂੰ ਇਹਦਾ ਪਤਾ ਨਹੀਂ ਲੱਗਦਾ, ਪਰ ਜਿਹੜਾ ਕੋਈ ਵਿਜ਼ਿਟਰ ਇੱਥੇ ਆਇਆ ਆ, ਰੱਬ ਨਾ ਕਰੇ ਕੋਈ ਇੱਦਾਂ ਦੀ ਗੱਲਬਾਤ ਹੋ ਜਾਂਦੀ ਆ, ਬਿਮਾਰ ਹੋ ਜਾਂਦਾ ਅਤੇ ਹਸਪਤਾਲ ਦੇ ਵਿੱਚ ਜਾਂ ਐਮਰਜੈਂਸੀ ਉਹਨੂੰ ਜਾਣਾ ਪੈ ਜਾਂਦਾ, ਤਾਂ ਉੱਥੇ ਬਹੁਤ ਸਾਰਾ ਖਰਚਾ ਹੋ ਜਾਂਦਾ ਅਤੇ ਕਈ ਵਾਰੀ ਜੇ ਇੰਸ਼ੋਰੈਂਸ ਨਾ ਹੋਵੇ ਤਾਂ ਬਹੁਤ ਵੱਡੀ ਸਮੱਸਿਆ ਉਹਨਾਂ ਦੇ ਲਈ ਆ ਜਾਂਦੀ ਆ। ਕਿਹੜਾ ਇੰਸ਼ੋਰੈਂਸ ਚਾਹੀਦਾ, ਕਿਸ ਤਰ੍ਹਾਂ ਇਹਨੂੰ ਸਮਝਿਆ ਜਾ ਸਕਦਾ, ਇਹਦੇ ਬਾਰੇ ਪਰਮਿੰਦਰ ਸਿੰਘ ਜੀ ਦੇ ਨਾਲ ਅਸੀਂ ਗੱਲਬਾਤ ਕੀਤੀ। ਪੇਸ਼ ਹੈ ਤੁਹਾਡੇ ਲਈ ਉਹ ਗੱਲਬਾਤ। ਜਿਵੇਂ ਜਿਵੇਂ ਕੋਵਿਡ ਦੀਆਂ ਪਾਬੰਦੀਆਂ ਹਟ ਰਹੀਆਂ, ਲੋਕ ਕੈਨੇਡਾ ਦੇ ਵਿੱਚ ਆਉਣਾ ਚਾਹ ਰਹੇ ਨੇ ਅਤੇ ਆ ਰਹੇ ਨੇ। ਜਦੋਂ ਵੀ ਕੋਈ ਇੱਥੇ ਆਉਂਦਾ, ਉਹਦੀਆਂ ਕੁਛ ਕੁ ਜ਼ਰੂਰਤਾਂ ਹੁੰਦੀਆਂ, ਕੁਛ ਕੁ ਗੱਲਾਂ ਦਾ ਖਿਆਲ ਰੱਖਣਾ ਪੈਂਦਾ। ਇੰਸ਼ੋਰੈਂਸ ਉਹਨਾਂ ਵਿੱਚੋਂ ਇੱਕ ਆ। ਅੱਜ ਅਸੀਂ ਇਸ ਮੁੱਦੇ 'ਤੇ ਗੱਲ ਕਰਨਾ ਚਾਹੁੰਦੇ ਹਾਂ। ਬਹੁਤ ਸਾਰੇ ਮਾਪੇ ਇੱਥੇ ਆਪਣੇ ਬੱਚਿਆਂ ਨੂੰ ਮਿਲਣ ਆਉਂਦੇ ਆ, ਜਿਹੜੇ ਸਟੂਡੈਂਟਸ ਨੇ ਜਾਂ PR ਨੇ। ਉਹਨਾਂ ਦੇ ਮਾਪੇ 2-3 ਤਰ੍ਹਾਂ ਇੱਥੇ ਆ ਸਕਦੇ, ਜਾਂ ਤਾਂ ਉਹ ਪੱਕੇ ਆਉਂਦੇ ਆ, ਜਦੋਂ ਪੱਕਾ ਇੱਥੇ ਆਉਂਦਾ ਉਹਨਾਂ ਦਾ ਇੰਸ਼ੋਰੈਂਸ ਇੱਥੇ ਕਵਰ ਹੁੰਦਾ, ਉਹ ਜਿਹੜਾ MSP ਦੇ ਵਿੱਚ ਆ ਜਾਂਦੇ ਆ। ਜਿਹੜੇ ਇੱਥੇ ਵਿਜ਼ਿਟ ਕਰਨ ਆਉਂਦੇ ਆ, ਬਹੁਤ ਵਾਰੀ ਇੱਦਾਂ ਹੁੰਦਾ ਕਿ ਵਿਜ਼ਿਟ ਕਰਨ ਆਏ, ਇੱਥੇ ਕੋਈ ਨਾ ਕੋਈ ਸਮੱਸਿਆ ਆ ਗਈ ਸਿਹਤ ਦੀ, ਹਸਪਤਾਲ ਜਾਣਾ ਪੈ ਗਿਆ, ਫਿਰ ਉੱਥੇ ਦਾ ਖਰਚਾ ਬਹੁਤ ਜ਼ਿਆਦਾ ਆ। ਬਹੁਤੇ ਲੋਕਾਂ ਨੂੰ ਇਹਦੇ ਬਾਰੇ ਪਤਾ ਨਹੀਂ। ਇਹਦੇ ਬਾਰੇ, ਅਤੇ ਜਾਂ ਤੁਸੀਂ ਸੁਪਰ ਵੀਜ਼ੇ ਦੇ ਉੱਤੇ ਆਉਂਦੇ ਆ,
ਇਹ ਵਿਜ਼ਿਟਰ ਵੀਜ਼ਾ, ਸੁਪਰ ਵੀਜ਼ਾ, ਇਹਦੇ ਲਈ ਇੰਸ਼ੋਰੈਂਸ ਬਹੁਤ ਜ਼ਰੂਰੀ ਆ। ਕਿੰਨਾ ਕੁ ਇੰਸ਼ੋਰੈਂਸ ਹੁੰਦਾ, ਕੀ ਉਹਦੇ ਲਈ ਖਾਸ ਗੱਲ ਹੁੰਦੀ ਹੈ, ਇਹ ਅਸੀਂ ਅੱਜ ਪਰਮਿੰਦਰ ਸਿੰਘ ਦੀ ਕੋਲੋਂ ਥਿੰਕ ਇੰਸ਼ੋਰੈਂਸ ਤੋਂ ਉਹਨਾਂ ਤੋਂ ਜਾਣਦੇ ਹਾਂ। ਥਿੰਨ ਸਾਹਿਬ, ਸਾਨੂੰ ਦੱਸਿਓ, ਜਿਹੜਾ ਇੱਕ ਤਾਂ ਵਿਜ਼ਿਟਰ ਵੀਜ਼ਾ ਜਾਂ ਜਿਹੜਾ ਸੁਪਰ ਵੀਜ਼ਾ ਆ, ਉਹਦੇ ਲਈ ਇੰਸ਼ੋਰੈਂਸ ਸੇਮ ਹੁੰਦਾ ਜੀ? ਹਾਂਜੀ ਸੋਤਾ ਸਾਹਿਬ, ਜਿਹੜਾ ਵਿਜ਼ਿਟਰ ਵੀਜ਼ਾ, ਜਿੱਦਾਂ ਨਾ ਹੀ ਵਿਜ਼ਿਟਰ ਹੈ, ਜਿਹੜਾ ਵਿਜ਼ਿਟ ਕਰਨ ਆ ਰਿਹਾ, ਉਹਦੇ ਵਾਸਤੇ ਭਾਵੇਂ ਕਿਸੇ ਨੇ ਮਹੀਨੇ ਵਾਸਤੇ ਆਉਣਾ ਜਾਂ 6 ਮਹੀਨਿਆਂ ਵਾਸਤੇ ਆਉਣਾ ਜਾਂ ਸਾਲ ਵਾਸਤੇ ਆਉਣਾ, ਉਹ ਆਪ ਦਾ ਉਨੇ ਚਿਰ ਦਾ ਵੀਜ਼ਾ ਕਰਾ ਲੈਂਦੇ ਨੇ, ਉਨੇ ਚਿਰ ਦੀ ਇੰਸ਼ੋਰੈਂਸ ਕਰਾ ਲਈ ਜਿੰਨੇ ਟਾਈਮ ਵਾਸਤੇ ਉਹਨਾਂ ਨੇ ਰਹਿਣਾ ਜੀ। ਹੁਣ ਹੈ ਵੀ ਉਹਨਾਂ ਦੇ ਇੱਕ ਤਾਂ ਉਹਨਾਂ ਆਪ ਦੀ ਮਰਜ਼ੀ ਹੈ, ਇੰਸ਼ੋਰੈਂਸ ਲੱਖ ਦੀ ਕਰਾਉਣ, 50,000 ਦੀ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ, ਕਿਉਂਕਿ ਅਸੀਂ ਆਪ ਦੇ ਹਿਸਾਬ ਨਾਲ ਆਪਦੇ ਆਪ ਨੂੰ ਪ੍ਰੋਟੈਕਟ ਕਰਨਾ, ਆਪਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਅਸੀਂ ਇੰਸ਼ੋਰੈਂਸ ਲੈਣੀ ਹੈ। ਵਿਜ਼ਿਟਰ ਵੀਜ਼ਾ 'ਤੇ ਕੋਈ ਕੈਪ ਨਹੀਂ ਹੈਗਾ, ਤੁਸੀਂ ਭਾਵੇਂ 25,000 ਦੀ ਇੰਸ਼ੋਰੈਂਸ ਕਰਾਓ, 50,000 ਦੀ ਕਰਾਓ, ਲੱਖ ਦੀ ਕਰਾਓ, 2 ਲੱਖ ਦੀ ਕਰਾਓ, 3 ਲੱਖ ਦੀ ਕਰਾਓ। ਇਹ ਤਾਂ ਹੈ ਵੀ ਜਦੋਂ ਆਉਣਾ ਕਿਸੇ ਨੇ, ਜਦੋਂ ਆਉਣਾ ਹੈ ਉਹਨਾਂ ਦੀ ਸਿਹਤ ਦੇ ਹਿਸਾਬ ਨਾਲ ਇੰਸ਼ੋਰੈਂਸ ਹੋਊਗੀ, ਸਿਹਤ ਉਹਨਾਂ ਦੀ ਕਿੱਦਾਂ ਦੀ ਹੈਗੀ ਹੈ, ਜੇ ਕੋਈ ਪ੍ਰੀ ਐਗਜ਼ਿਸਟਿੰਗ ਹੈ ਉਹਦਾ ਮਤਲਬ ਹੈ ਕੋਈ ਪੁਰਾਣੀ ਤਕਲੀਫਾਂ ਕੋਈ ਹੈਗੀਆਂ ਨੇ ਉਹਨੂੰ ਵੀ ਕਵਰ ਕਰਾਉਣਾ ਆਪਾਂ, ਉਹ ਵੀ ਵਿੱਚ ਕਵਰ ਹੋ ਜਾਊਗੀ। ਜਾਂ ਅਸੀਂ ਕਹੀਏ ਬਿਲਕੁਲ ਹੈਲਥੀ ਨੇ ਤਾਂ ਚੀਜ਼ ਸਸਤੀ ਵੀ ਹੋ ਸਕਦੀ ਹੈ। ਇੱਕ ਤਾਂ ਆਹ ਹੋ ਗਿਆ ਜੀ ਇੰਸ਼ੋਰੈਂਸ, ਹੈ ਇੰਸ਼ੋਰੈਂਸ ਹੀ। ਜੇ ਵਿਜ਼ਿਟਰ ਕਹਿ ਦਈਏ, ਭਾਵੇਂ ਸੁਪਰ ਵੀਜ਼ਾ ਕਹਿ ਦਈਏ, ਜੇ ਆਪਾਂ ਸੁਪਰ ਵੀਜ਼ੇ ਵੱਲ ਜਾਂਦੇ ਹਾਂ, ਸੁਪਰ ਵੀਜ਼ੇ 'ਚ ਆਪਾਂ ਆਪਦੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਇਨਵਾਈਟ ਕਰਨਾ, ਜਿਹੜਾ ਹੁਣ ਸਰਕਾਰ ਦਾ ਪ੍ਰੋਗਰਾਮ ਹੈਗਾ, ਉਹਦੇ ਨਾਲ ਅਸੀਂ ਇਹ ਵੀ ਜਦੋਂ ਆਪਾਂ ਉਹਨਾਂ ਨੂੰ ਬੁਲਾਉਣਾ ਆ, $1,00,000 ਦੀ ਮਿਨੀਮਮ ਸਾਨੂੰ ਰਿਕੁਆਇਰਮੈਂਟ ਜਿਹੜੀ ਇੰਸ਼ੋਰੈਂਸ ਕਰਾਉਣੀ ਪੈਣੀ ਹੈ। ਜਿਹੜੀ ਵਿਜ਼ਿਟਰ ਵੀਜ਼ਾ ਉਹ ਅਸੀਂ ਭਾਵੇਂ 50,000 ਦੀ ਕਰਾ ਲਈਏ, ਭਾਵੇਂ ਲੱਖ ਦੀ ਕਰਾਈਏ, ਜਦੋਂ ਸੁਪਰ ਵੀਜ਼ਾ ਕਰਾਉਣਾ 1 ਸਾਲ ਦੀ ਕਰਾਉਣੀ ਪੈਣੀ ਹੈ ਅਤੇ $1,00,000 ਦੀ ਮਿਨੀਮਮ ਹੈਗੀ ਹੈ। ਫਿਰ ਉਹਦੇ 'ਚ ਵੀ ਇਹ ਆ ਜਾਂਦਾ ਵੀ ਉਹਨਾਂ ਦੀ ਸਿਹਤ ਕਿੱਦਾਂ ਦੀ ਹੈਗੀ ਹੈ, ਜੇ ਸਿਹਤ ਢਿੱਲ ਮੱਠ, ਅਸੀਂ ਪ੍ਰੀ ਐਗਜ਼ਿਸਟਿੰਗ ਹੈਲਥ ਇਸ਼ੂਜ਼ ਵੀ ਕਰ ਸਕਦੇ ਹਾਂ। ਉਹਦੇ 'ਚ ਫਿਰ ਕਈ ਚੀਜ਼ਾਂ ਆ ਜਾਂਦੀਆਂ, ਅਸੀਂ ਡਿਡਕਟੇਬਲ ਰੱਖਣਾ, ਜ਼ੀਰੋ ਡਿਡਕਟੇਬਲ। ਉਹਦਾ ਮਤਲਬ ਇਹ ਵੀ ਕੋਈ ਵੀ ਸਾਨੂੰ ਦਵਾਈ ਲੈਣੀ ਪੈ ਜਾਵੇ ਜਾਂ ਅਸੀਂ ਡਾਕਟਰ 'ਤੇ ਜਾਂਦੇ ਹਾਂ, ਸਾਨੂੰ ਕੋਈ ਜ਼ੀਰੋ ਡਿਡਕਟੇਬਲ ਦਾ ਮਤਲਬ ਅਸੀਂ ਆਪਦੀ ਜੇਬ 'ਚ ਅਸੀਂ ਕੁਛ ਨਹੀਂ ਦੇਣਾ ਜੇ ਐਮਰਜੈਂਸੀ ਜਾਣਾ ਪੈ ਜਾਂਦਾ। ਪਰ ਹਾਂ, ਜੇ ਅਸੀਂ ਡਾਕਟਰ ਦੀ ਵਿਜ਼ਿਟ ਕਰਦੇ ਹਾਂ, ਕੋਈ ਹੋਰ ਸਾਨੂੰ ਕੋਈ ਵਿਜ਼ਿਟ, ਉਹ ਆਪਦੀ ਜੇਬ 'ਚ ਦੇ ਕੇ ਸਾਨੂੰ ਰੀਇੰਬਰਸ ਹੋ ਜਾਂਦੇ ਨੇ। ਹੁਣ ਸੁਪਰ ਵੀਜ਼ਾ ਜਦੋਂ ਵੀ ਲੈਣਾ, ਸਾਰਿਆਂ ਨਾਲੋਂ ਪਹਿਲਾਂ ਚੀਜ਼ ਰੱਖਣ ਦੀ ਇੱਕ ਤਾਂ ਜ਼ਰੂਰਤ ਹੈਗੀ ਹੈ, ਉਹਨਾਂ ਦੀ ਸਿਹਤ ਦੱਸੋ। ਸਿਹਤ ਤੋਂ ਬਾਅਦ ਸਿਰਫ ਅਸੀਂ ਇੱਕ ਪ੍ਰਾਈਜ਼ ਨਾ ਦੱਸੀ, ਹੁਣ ਤਾਂ ਮੰਥਲੀ ਆਪਸ਼ਨ ਵੀ ਆ ਗਿਆ ਜੀ, ਕਿਉਂਕਿ ਪਹਿਲਾਂ ਸੀਗਾ ਇਕੱਠਾ ਸਾਰਾ ਹੀ ਬਿੱਲ ਦੇਣਾ ਪੈਂਦਾ ਸੀਗਾ, ਹੁਣ ਐਵੇਂ ਮੰਥਲੀ ਇੱਕ ਵਾਰੀ ਤੁਸੀਂ ਪੈਸੇ ਦੇ ਤੇ, ਜਦੋਂ ਉਹਨਾਂ ਨੇ ਆਉਣਾ ਉਦੋਂ ਬਾਅਦ ਕਿਸ਼ਤਾਂ ਸ਼ੁਰੂ ਹੋਣਗੀਆਂ। ਵੀ ਐਗਜ਼ਾਮਪਲ, ਪਹਿਲਾਂ 2 ਕਿਸ਼ਤਾਂ ਇਕੱਠੀਆਂ ਲੈ ਲੈਂਦੀਆਂ ਕੰਪਨੀਆਂ, ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਆਉਣਾ, ਬਾਕੀ ਪ੍ਰੋਸੈਸ ਉਹਨਾਂ ਦੇ ਪੈਸੇ ਉਦੋਂ ਲੈਣੇ ਨੇ, ਬਾਕੀ ਜਿਹੜੀਆਂ ਕਵਰੇਜਸ ਉਹਨਾਂ ਦੀਆਂ ਉਦੋਂ ਸ਼ੁਰੂ ਹੋਣੀਆਂ ਨੇ, ਜਦੋਂ ਉਹਨਾਂ ਨੇ ਆਉਣਾ, ਉਦੋਂ ਤੋਂ ਸਾਲ ਪੂਰਾ ਸ਼ੁਰੂ ਹੋਊਗਾ ਜੀ। ਥਿੰਨ ਸਾਹਿਬ, ਤੁਸੀਂ ਕਿਹਾ ਵੀ $1,00,000 ਉਹਨਾਂ ਲਈ ਜ਼ਰੂਰੀ ਹੈ ਜਿਹੜੇ ਸੁਪਰ ਵੀਜ਼ਾ ਦੇ ਉੱਤੇ ਹੁੰਦੇ ਆ। ਕੁਛ ਕਿਤੇ ਘਟਨਾਵਾਂ ਇੱਦਾਂ ਦੀਆਂ ਹੋਈਆਂ ਕਿ ਬਿਮਾਰ ਹੋ ਗਏ ਮਾਪੇ, ਇੱਥੇ ਆ ਕੇ ਹੌਸਪੀਟਲ ਜਾਣਾ ਪੈ ਗਿਆ, ਅਤੇ ਜਦੋਂ ਹੌਸਪੀਟਲ 'ਚ ਕਿਤੇ ICU 'ਚ ਰੱਬ ਨਾ ਕਰੇ ਜਾਣਾ ਪਵੇ, 10-10, 15-15 $1,000 ਇੱਕ ਦਿਨ ਦਾ ਲੱਗ ਜਾਂਦਾ, ਅਤੇ 5-7 ਦਿਨਾਂ 'ਚ ਸਾਰੇ ਇੰਸ਼ੋਰੈਂਸ ਦੇ ਪੈਸੇ ਮੁੱਕ ਜਾਂਦੇ ਆ। ਉਹ ਇਹ ਚਾਹੁੰਦੇ ਆ ਕਿ ਅਸੀਂ ਪੇ ਵੱਧ ਕਰ ਦਾਂਗੇ ਮੰਥਲੀ, ਸਾਨੂੰ ਇਹ ਦੱਸੋ ਵੀ ਮੈਕਸੀਮਮ ਅਸੀਂ ਕਿੱਥੇ ਤੱਕ ਜਾ ਸਕਦੇ ਹਾਂ, ਵੀ ਵੱਧ ਤੋਂ ਵੱਧ ਅਸੀਂ ਚਾਹੁੰਦੇ ਹਾਂ ਵੀ ਜੇ ਕੋਈ ਉੱਦਾਂ ਦੀ ਮਾੜੀ ਗੱਲ ਹੁੰਦੀ ਆ, ਹੌਸਪੀਟਲ ਜਾਣਾ ਪੈ ਜਾਂਦਾ, ਤਾਂ ਉਹ ਕਵਰ ਹੋਵੇ, ਕਿਉਂਕਿ ਜੇ ਉਹ ਕਵਰ ਨਹੀਂ ਆ ਤਾਂ ਫਿਰ ਤੁਹਾਡੇ ਕਈ ਵਾਰੀ ਘਰ ਵੀ ਕਿਤੇ ਨਾ ਕਿਤੇ ਚਲੇ ਜਾਂਦੇ ਆ, ਸਾਰੇ ਇੰਨਾ ਖਰਚਾ ਹੌਸਪੀਟਲ ਦਾ ਇੱਥੇ ਹੈਗਾ। ਮੈਕਸੀਮਮ ਕਿੱਥੇ ਤੱਕ ਇੰਸ਼ੋਰੈਂਸ ਲੈ ਸਕਦੇ ਹੋ? ਹਾਂਜੀ, ਤੁਹਾਡਾ ਬਿਲਕੁਲ ਸਵਾਲ ਸਹੀ ਹੈ। ਇੱਦਾਂ ਹੁੰਦਾ ਵੀ ਹੈ ਅਤੇ ਹੋਇਆ ਵੀ ਹੈ। ਜਦੋਂ ਵੀ ਆਪਣੇ ਕੋਲ ਇੰਸ਼ੋਰੈਂਸ ਨਹੀਂ ਹੈਗੀ, ਜਿਨ੍ਹਾਂ ਨੇ ਬੁਲਾਇਆ, ਫਿਰ ਸਰਕਾਰ ਨੇ ਤਾਂ ਹਸਪਤਾਲ ਨੇ ਉਹਨਾਂ ਦਾ ਪੈਸੇ ਰਿਕਵਰ ਕਰਨੇ ਹੀ ਕਰਨੇ ਨੇ, ਜਾਂ ਤੁਹਾਡੀ ਪ੍ਰੋਪਰਟੀ 'ਤੇ ਲੀਨ ਪਾਉਣਗੇ ਉਹਨਾਂ ਨੇ, ਜਾਂ ਤੁਹਾਡੀ ਜੇ ਕੋਈ ਵੀ ਚੀਜ਼ ਉਹਨਾਂ ਨੇ ਰਿਕਵਰੀ ਕਰਨੀ ਹੈ, ਜਾਂ ਕ੍ਰੈਡਿਟ ਤੁਹਾਡੇ 'ਤੇ ਖਰਾਬ ਕਰਨ, ਕਿਉਂਕਿ ਤੁਹਾਨੂੰ ਪੈਸੇ ਦੇਣੇ ਹੀ ਪੈਣੇ ਨੇ। ਪਰ ਹਾਂ, ਜਿੱਦਾਂ ਤੁਸੀਂ ਕਿੱਥੋਂ ਤੱਕ ਲੈ ਸਕਦੇ ਹੋ, ਅਸੀਂ 3 ਲੱਖ ਦੀ ਵੀ ਲੈ ਸਕਦੇ ਹਾਂ, 5 ਲੱਖ ਦੇ ਵੀ, ਡਿਪੈਂਡਿੰਗ ਔਨ ਉਹਨਾਂ ਦੀ ਏਜ ਕਿੱਦਾਂ ਹੈ। ਜੇ ਜ਼ਿਆਦਾ ਏਜ ਹੈ, ਕਈ ਵਾਰੀ ਕੰਪਨੀ ਲੱਖ ਤੋਂ ਵੱਧ ਅਲਾਓ ਨਹੀਂ ਕਰਦੀ, 1.5 ਲੱਖ ਲੈ ਸਕਦੇ ਹਾਂ, 2 ਲੱਖ 'ਚ ਕਿਸੇ ਦੀ ਏਜ ਹੀ 80 ਤੋਂ ਪਲੱਸ ਹੈਗੀ, ਉਹਦੇ ਰਿਸਟ੍ਰਿਕਸ਼ਨ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ। ਪਰ ਹਾਂ, ਜੇ ਆਪਣੀ ਮਰਜ਼ੀ ਹੈ, ਏਜ ਦੇ ਮੁਤਾਬਕ ਇਹ ਵੀ ਪੁੱਛੋ ਵੀ ਅਸੀਂ ਕਿੰਨੀ ਵੱਧ ਲੈ ਸਕਦੇ ਹਾਂ, ਕਿੰਨੀ ਕਵਰੇਜ ਹੈਗੀ, ਉਹਦੀ ਕਿਸ਼ਤ ਕਿੰਨੀ ਬਣੂਗੀ। ਜਿਹੜਾ ਉਸ ਤੋਂ ਬਾਅਦ ਜਿਹੜਾ ਮੇਨ ਜਿਹੜਾ ਕੁਐਸਚਨ ਹੈ, ਹਸਪਤਾਲ ਜਾਣਾ ਪੈ ਗਿਆ, ਉਸ ਤੋਂ ਬਾਅਦ ਕੰਪਨੀਆਂ ਦਾ ਕੈਪ ਹੁੰਦਾ ਸੋਤਾ ਸਾਹਿਬ। ਇੱਕ ਕੰਪਨੀ ਕਹਿੰਦੀ ਅਸੀਂ ਜਿਹੜੀ ਫੋਲੋਅਪ ਵਿਜ਼ਿਟ ਹੈ, ਅਸੀਂ ਕੁਛ ਨਹੀਂ ਕਵਰ ਕਰਨਾ, ਇੱਕ ਵਾਰੀ ਤੁਹਾਡੀ ਐਮਰਜੈਂਸੀ ਕਵਰ ਕਰਤੀ ਸਿਚੁਏਸ਼ਨ, ਉਸ ਤੋਂ ਬਾਅਦ ਅਸੀਂ ਇਸ ਬਿਮਾਰੀ ਬਾਰੇ ਕੁਛ ਨਹੀਂ ਕਵਰ ਕਰਨਾ, ਨਵੀਂ ਬਿਮਾਰੀ ਹੋ ਜਾਊਗੀ ਉਹ ਅਸੀਂ ਕਵਰ ਕਰ ਦਿਆਂਗੇ। ਇੰਸ਼ੋਰੈਂਸ ਭਾਵੇਂ $1,00,000 4 ਲੱਖ ਦੀ ਵੀ ਹੋਵੇ। ਬਿਲਕੁਲ ਜੀ, ਬਿਲਕੁਲ। ਜਿਹੜੀ ਇੱਕ ਚੀਜ਼ ਵਾਸਤੇ ਆਪਾਂ ਹੌਸਪੀਟਲ ਹੋ ਆਏ ਹਾਂ, ਉਹਦੀ ਫੋਲੋਅਪ ਵਿਜ਼ਿਟ ਕਈਆਂ 'ਤੇ ਕੈਪ ਹੈ ਜੀ। ਕਈ ਕੰਪਨੀਆਂ ਕਹਿੰਦੀਆਂ ਅਸੀਂ ਸਿਰਫ ਅਸੀਂ $3,500 ਤੱਕ ਹੀ ਕਵਰ ਕਰਾਂਗੇ, ਕਈ ਕਹਿੰਦੀਆਂ ਸਿਰਫ 3 ਵਿਜ਼ਿਟ ਕਵਰ ਕਰਾਂਗੇ, ਕਈ ਕੰਪਨੀਆਂ ਕਹਿੰਦੀਆਂ ਵੀ ਅਨਲਿਮਿਟਡ ਤੁਸੀਂ ਤੁਹਾਡੀਆਂ ਵਿਜ਼ਿਟ ਕਵਰ ਹੋ ਸਕਦੀਆਂ। ਪਰ ਆਹ ਚੀਜ਼ ਖਿਆਲ ਰੱਖਣ ਦੀ ਲੋੜ ਹੈ, ਜਦੋਂ ਇਕੱਲੀ ਅਸੀਂ ਪ੍ਰਾਈਸ ਨਾ ਦੇਖੀਏ, ਪਰ ਇਹ ਦੇਖੀਏ ਵੀ ਜਿਹੜੀ ਫੋਲੋਅਪ ਵਿਜ਼ਿਟ ਹੈ ਉਹ ਸਾਰਿਆਂ ਨੂੰ ਜ਼ਿਆਦਾ ਇੰਪੋਰਟੈਂਟ ਆ, ਕਿਉਂਕਿ $1,00,000 ਹੈ, ਇੱਕ ਵਾਰੀ ਹੁਣ $10,000 ਦਾ ਕਲੇਮ ਹੋ ਗਿਆ, ਹੁਣ ਬਾਕੀ 90,000 ਤਾਂ ਪਿਆ ਆ। ਪਰ ਉਸ ਚੀਜ਼ ਵਾਸਤੇ ਦੁਬਾਰਾ ਕਿਸੇ ਸਪੈਸ਼ਲਿਸਟ ਵਾਸਤੇ ਡਾਕਟਰ ਰਿਕਮੈਂਡ ਕਰਦਾ ਤਾਂ ਸਾਡੀ ਸ਼ਾਇਦ ਕਵਰੇਜ ਨਾ ਹੋਵੇ, ਕਿਉਂਕਿ
ਕਵਰੇਜ ਸਿਰਫ ਐਮਰਜੈਂਸੀ ਸਿਚੁਏਸ਼ਨ ਵਾਸਤੇ ਹੀ ਸੀਗੀ। ਐਮਰਜੈਂਸੀ ਸਿਚੁਏਸ਼ਨ ਦਾ ਟਲ ਗਈ, ਪਰ ਹੁਣ ਜਿਹੜੀਆਂ ਫੋਲੋਅਪ ਵਿਜ਼ਿਟ ਨੇ ਜਾਂ ਹੋਰ ਜਿਹੜੇ ਟੈਸਟ ਪੈਂਡਿੰਗ ਨੇ ਉਹ ਕਿੰਨੇ ਪੇ ਕਰਨੇ ਨੇ। ਇਸ ਕਰਕੇ ਉਹੋ ਜਿਹੀ ਕੰਪਨੀ ਆਪਾਂ ਇੰਸ਼ੋਰੈਂਸ ਲਈਏ ਜਿਨ੍ਹਾਂ ਤੋਂ ਇਹ ਚੀਜ਼ਾਂ ਸਾਰੀਆਂ ਕਵਰ ਹੋ ਜਾਣ ਜੀ। ਤੇ ਸਭ ਕਈ ਵਾਰੀ ਇਹ ਨਾ ਬਰੀਕੀਆਂ ਹੁੰਦੀਆਂ ਇੰਸ਼ੋਰੈਂਸ ਦੀਆਂ, ਆਮ ਬੰਦੇ ਨੂੰ ਇੱਥੇ ਭਾਵੇਂ 15-20 ਸਾਲ ਹੋ ਗਏ ਰਹਿੰਦੇ ਨੂੰ ਸਮਝ ਨਹੀਂ ਆਉਂਦੀਆਂ। ਮਾਪੇ ਸੱਦਣੇ ਆ, ਸਰਕਾਰ ਉਹ ਲੋਟਰੀ ਸਿਸਟਮ 'ਚ ਨਾਂ ਨਹੀਂ ਕੱਢ ਰਹੀ ਤੇ ਸੁਪਰ ਵੀਜ਼ੇ ਦੇ ਉੱਤੇ ਸੱਦਣੇ ਪੈ ਰਹੇ ਆ। ਹੁਣ ਜਿਵੇਂ ਤੁਸੀਂ ਦੱਸਿਆ ਵੀ ਇਹਦਾ ਮਤਲਬ ਇਹ ਆ ਕਿ ਬੰਦੇ ਨੂੰ ਮਤਲਬ ਦਿਲ ਦੀ ਕੋਈ ਬਿਮਾਰੀ ਹੋ ਗਈ, ਉਹ ਚਲੇ ਗਿਆ, $2 ਲੱਖ ਦੀ ਉਹਦੇ ਕੋਲ ਕਵਰੇਜ ਆ ਤੇ ਉਹਨਾਂ ਨੇ 10,000 ਦੇ ਕੇ ਕਹਿਤਾ ਵੀ ਹੁਣ ਹੋਰ ਕੋਈ ਬਿਮਾਰੀ ਹੋਊਗੀ ਤਾਂ 1,90,000 ਉਹਦੇ 'ਚ ਤੁਹਾਨੂੰ ਕਰ ਦਾਂਗੇ। ਦਿਲ ਦੀ ਬਿਮਾਰੀ ਲਈ ਦੁਬਾਰਾ ਪੈਸੇ ਨਹੀਂ ਖਰਚੇ ਜਾ ਸਕਦੇ। ਇਹ ਘੁੰਡੀਆਂ ਤੁਸੀਂ ਸਮਝਾ ਦਿੰਦੇ ਹੋ ਜੇ ਕੋਈ ਆਵੇ, ਜਾਂ ਇਹ ਸਾਰੀਆਂ ਗੱਲਾਂ ਪਤਾ ਕਿੱਦਾਂ ਲੱਗਦੀਆਂ ਜੀ? ਹਾਂਜੀ, ਤਾਂ ਹੀ ਕੰਮ ਸਾਰਾ ਸਿਖਾਲਾ ਸਾਨੂੰ 10 ਸਾਲ ਹੋ ਗਏ। ਇਹੀ ਹੈ ਚੀਜ਼, ਬਿਲਕੁਲ ਸੌਖੀ ਹੈ। ਅਸੀਂ ਇਹੀ ਚਾਹੁੰਦੇ ਹਾਂ ਕਲਾਇੰਟ ਵਾਸਤੇ ਕੰਮ ਕਿੱਦਾਂ ਸੌਖਾ ਹੋ ਸਕਦਾ। ਸਾਨੂੰ ਇਹ ਵੀ ਜੇ ਕਲਾਇੰਟ ਨੂੰ ਚੀਜ਼ ਬਾਰੇ ਪਤਾ ਆ, ਸਾਰਾ ਕੁਝ ਹੀ ਸੌਖਾ ਹੈ। ਪਹਿਲਾਂ ਦੱਸ ਦਿਓ ਭਾਈ ਆਹ ਸਸਤੀ ਵਾਲੀ ਚਾਹ ਚੀਜ਼ ਹੈਗੀ ਹੈ, ਮਹਿੰਗੀ ਵਾਲੀ ਚਾਹ ਚੀਜ਼ ਹੈਗੀ ਹੈ, ਫਿਰ ਕਲਾਇੰਟ ਦਾ ਡਿਸੀਜਨ ਹੈ। ਜੇ ਅਸੀਂ ਦੱਸੀ ਜਾਈਏ ਵੀ ਸਸਤੇ ਵਾਲੀ ਸਸਤੀ ਇੰਸ਼ੋਰੈਂਸ ਆਹੀ ਸਸਤੀ, ਆਹੀ ਲੈ ਲਓ ਜੀ, ਆਹੀ ਵਧੀਆ, ਫਿਰ ਉਹ ਗੱਲ ਗਲਤ ਹੈ। ਜਦੋਂ ਕਲਾਇੰਟ ਨੂੰ ਪਤਾ ਹੈ ਵੀ ਸਾਡੇ ਵਾਸਤੇ ਢੁਕਵੀਂ ਚੀਜ਼ ਕੀ ਹੈ, ਕਿਉਂਕਿ ਉਹਲਾ ਹੀ ਅਸੀਂ ਬਸਤੇ 'ਚੋਂ ਕੱਢਤਾ ਇੰਸ਼ੋਰੈਂਸ ਵਾਲਾ ਵੀ ਕੋਈ ਇਹ ਬਿਲਕੁਲ ਸਿਖਾਲਾ, ਕੋਈ ਵੀ ਭਾਵੇਂ ਲਾਈਫ ਆ, ਡਿਸੇਬਿਲਟੀ, ਸੁਪਰ, ਕੋਈ ਵੀ ਚੀਜ਼ ਲੈਣਾ, ਸਾਡੀ ਸਿਹਤ ਦੇ ਹਿਸਾਬ ਨਾਲ ਚੀਜ਼ ਮਿਲਣੀ ਹੈ ਕਿ ਸਿਹਤ ਵਧੀਆ ਚੀਜ਼ ਮਿਲਣੀ। ਉਸ ਤੋਂ ਬਾਅਦ ਕਲੇਮ ਵੀ ਡਿਨਾਏ ਨਹੀਂ ਹੁੰਦੇ, ਅਸੀਂ ਸਭ ਕੁਝ ਸਹੀ ਹਾਂ। ਕਿਉਂਕਿ ਅਸੀਂ ਪਹਿਲਾਂ ਦੱਸਿਆ ਨਹੀਂ ਕੁਛ ਵੀ, ਆਪਾਂ ਤਾਂ ਕਈ ਵਾਰੀ ਇਹ ਹੋ ਜਾਂਦਾ ਪਤਾ ਨਹੀਂ ਹੁੰਦਾ ਹੁਣ ਪੇਰੈਂਟਸ ਕਿਹੜੀ ਮੈਡੀਕੇਸ਼ਨ ਲੈ ਰਹੇ ਨੇ। ਸਾਡੇ ਹਿਸਾਬ ਨਾਲ ਤਾਂ ਠੀਕ ਨੇ, ਪਰ ਮੈਡੀਕੇਸ਼ਨ ਲੈ ਰਹੇ ਨੇ। ਪਰ ਇੱਥੇ ਆ ਕੇ ਪਤਾ ਲੱਗਦਾ ਵੀ ਜਦੋਂ ਕੋਈ ਸਿਕਨੈਸ ਹੋ ਜਾਂਦੀ ਹੈ, ਹਸਪਤਾਲ 'ਚ ਜਾ ਕੇ ਆਪਾਂ ਸਾਰਾ ਕੁਝ ਦੱਸਦੇ ਹਾਂ, ਆਹ ਵੀ ਦਵਾਈ ਲੈਂਦੇ, ਆਹ ਵੀ ਦਵਾਈ ਲੈਂਦੇ, ਉਹ ਕਹਿੰਦੇ ਜਦੋਂ ਲਈ ਸੀ ਪਾਲਿਸੀ ਤਾਂ ਕੁਛ ਵੀ ਨਹੀਂ ਦੱਸਿਆ ਸੀ, ਉਦੋਂ ਕਹਿੰਦੇ ਸਭ ਕੁਝ ਠੀਕ। ਉਹ ਫਿਰ ਪੰਗਾ ਪੈਂਦਾ ਜੀ ਉਦੋਂ। ਫਿਰ ਹਾਂ, ਇਹ ਹੈ ਵੀ ਸਾਰਾ ਕੁਝ ਦੱਸ ਕੇ ਲਾਓ ਚੀਜ਼। ਫਿਰ ਘੁੰਡੀਆਂ ਜਿਹੜੀਆਂ ਕੋਈ ਘੁੰਡੀ ਆਪਣੇ ਆਪ ਆਪਾਂ ਜੇ ਕਲੀਅਰ ਆ ਤਾਂ ਫਿਰ ਕੋਈ ਰੌਲਾ ਨਹੀਂ ਹੈਗਾ ਜੀ। ਇੱਕ ਹੋਰ ਦੱਸਿਓ, ਬਹੁਤ ਸਾਰੇ ਸਟੂਡੈਂਟਸ ਇੱਥੇ ਆ, ਹੁਣ ਉਹਨਾਂ ਦੇ ਮਾਪਿਆਂ ਨੇ ਆਉਣਾ ਸ਼ੁਰੂ ਹੋ ਜਾਣਾ ਜਿੱਦਾਂ ਫਲਾਈਟਾਂ ਖੁੱਲ੍ਹ ਰਹੀਆਂ, ਉਹ ਚਾਹੁੰਦੇ ਵੀ ਆ ਵੀ ਉਹਨਾਂ ਨੂੰ ਐਜ਼ ਅ ਵਿਜ਼ਿਟਰ ਇੱਥੇ ਸੱਦ ਲਈਏ ਜਾਂ ਉਹਨਾਂ ਦੀ ਗ੍ਰੈਜੂਏਸ਼ਨ ਦੇ ਉੱਤੇ। ਉਹ ਇੰਸ਼ੋਰੈਂਸ ਇੰਡੀਆ ਤੋਂ ਲੈ ਕੇ ਆਉਣ, ਇੱਥੇ ਆ ਕੇ ਲੈਣ, ਉੱਥੇ ਵਾਲਾ ਇੱਥੇ ਚੱਲ ਜਾਂਦਾ, ਇਹ 'ਚ ਕੋਈ ਫ਼ਰਕ ਹੁੰਦਾ ਜੀ? ਹਾਂਜੀ, ਦੇਖੋ ਪਹਿਲੀ ਗੱਲ ਤਾਂ ਵਿਜ਼ਿਟਰ ਸਟੂਡੈਂਟ ਕਿਤੋਂ ਵੀ ਆਉਣ, ਆਪਦੀ ਇੰਸ਼ੋਰੈਂਸ ਕਿਤੋਂ ਵੀ ਲੈ ਸਕਦੇ ਨੇ। ਠੀਕ ਹੈ ਜੀ, ਸ਼ਾਇਦ ਉਹਨਾਂ ਨੂੰ ਸਸਤੀ ਮਿਲ ਸਕਦੀ ਇੰਡੀਆ 'ਚੋਂ ਜਾਂ ਪਾਕਿਸਤਾਨ ਤੇ ਫਿਜੀ, ਕਿਤੋਂ ਵੀ ਆਉਣਾ ਅਤੇ ਉਹ ਆਪਦੀ ਇੰਸ਼ੋਰੈਂਸ ਉੱਥੋਂ ਲੈ ਕੇ ਵੀ ਆ ਸਕਦੇ ਨੇ। ਹੁਣ ਆਪਾਂ ਸਟੂਡੈਂਟ ਦੀ ਗੱਲ ਕਰਦੇ ਹਾਂ। ਸਟੂਡੈਂਟ ਜਾਂ ਸਕੂਲ ਉਹਨਾਂ ਨੂੰ ਮੈਂਡੇਟਰੀ ਕਹਿੰਦਾ ਤੁਹਾਨੂੰ ਇੰਸ਼ੋਰੈਂਸ ਲੈਣੀ ਪੈਣੀ ਹੈ। ਹੁਣ ਜੇ ਉਹ ਕਹਿੰਦੇ ਇੰਸ਼ੋਰੈਂਸ ਲੈਣੀ ਪੈਣੀ ਹੈ, ਕਈ ਵਾਰੀ ਸਕੂਲ ਵੀ ਇੰਸ਼ੋਰੈਂਸ ਉਹਨਾਂ ਨੂੰ ਸੈੱਲ ਕਰਦਾ। ਪਰ ਹਾਂ, ਜੇ ਆਪਸ਼ਨ ਬਾਹਰ ਦੇਖਦੇ ਨੇ, ਜੇ ਸਟੂਡੈਂਟ ਵਾਸਤੇ ਸਪੈਸ਼ਲ ਇੰਸ਼ੋਰੈਂਸ ਉਹਨਾਂ ਵਾਸਤੇ ਵਧੀਆ ਇੰਸ਼ੋਰੈਂਸ ਹੁੰਦੀ ਹੈ। ਕਿਉਂਕਿ ਜਿਹੜੀ ਆਮ ਵਿਜ਼ਿਟਰ ਵਾਸਤੇ ਇੰਸ਼ੋਰੈਂਸ ਜਿਹੜੀ ਆ ਉਹ ਲੱਖ ਦੀ 2 ਲੱਖ ਦੀ ਹੋਊਗੀ, ਪਰ ਜਿਹੜਾ ਸਟੂਡੈਂਟ ਦੀ ਜਿਹੜੀ ਆਪਸ਼ਨਸ ਹੈਗੀਆਂ ਸਿੱਧੀਆਂ ਹੀ 2 ਲੱਖ ਤੋਂ ਸ਼ੁਰੂ ਹੁੰਦੀਆਂ ਨੇ। ਉਹਦੇ ਵਿੱਚ ਕਵਰੇਜ ਜਿੱਦਾਂ ਆਪਣੀ MSP ਵਾਂਗੂ ਕਵਰੇਜ ਆ, ਡਾਕਟਰ ਦੀ ਵਿਜ਼ਿਟ ਹੈ ਜਾਂ ਆਪਟਿਕ ਕੁਛ ਵੀ ਜਾਣਾ, ਉਹ ਸਾਰੀਆਂ ਜਿਹੜੇ ਟੈਸਟ ਵੀ ਨੇ ਉਹ ਸਾਰੀਆਂ ਚੀਜ਼ਾਂ ਕਵਰ ਹੈਗੀਆਂ ਉਹਦੇ ਵਿੱਚ। ਕਿਉਂਕਿ ਸਟੂਡੈਂਟਸ ਵਾਸਤੇ ਇੱਕ ਤਾਂ ਸਸਤੀਆਂ ਆਪਸ਼ਨਸ ਨੇ ਅਤੇ ਨਾਲੇ ਕਵਰੇਜ ਵੱਧ ਹੈਗੀ। ਪਰ ਹਾਂ, ਉਹ ਵਾਕਿਆ ਹੀ ਸਟੂਡੈਂਟ ਚਾਹੀਦਾ, ਬਿਕੋਜ਼ ਸਟੂਡੈਂਟ ID ਚਾਹੀਦੀ ਉਹਦੇ ਵਾਸਤੇ, ਕਿਹੜੇ ਸਕੂਲ 'ਚ ਜਾਣਾ, ਕਦੋਂ ਐਜੂਕੇਸ਼ਨ ਸ਼ੁਰੂ ਕਰਨੀ ਹੈ। ਫਿਰ ਉਹਨਾਂ ਨੂੰ ਜਿਹੜੀ ਸਕੂਲ ਤੋਂ ਭਾਵੇਂ ਮਹਿੰਗੀ ਮਿਲਦੀ, ਕਈ ਵਾਰੀ ਕੰਪੇਅਰ ਵੀ ਕਰ ਸਕਦੇ ਨੇ, ਕਈ ਵਾਰੀ MSP ਵੀ ਲੈ ਸਕਦੇ ਨੇ। MSP ਮਹਿੰਗੀ ਲੱਗਦੀ ਉਹਨਾਂ ਨੂੰ, MSP ਨੂੰ $75-80 ਲੱਗਦੇ ਨੇ, ਪਰ ਜਿਹੜੀ ਦੂਜੀ ਇੰਸ਼ੋਰੈਂਸ ਲੈਂਦੇ ਮਹੀਨੇ ਦੇ ਸਟੂਡੈਂਟ ਦੀ ਡਿਪੈਂਡਿੰਗ ਔਨ ਏਜ, ਮੈਨੂੰ ਲੱਗਦਾ $50 ਲੱਗਦੇ ਨੇ। ਸਟਿਲ ਇਟਸ ਬੈਟਰ, ਕੁਛ ਨਾ ਕੁਛ ਤਾਂ ਹੋਵੇ ਨਾ ਹੋਣ ਨਾਲੋਂ, ਪਰ ਆਪਸ਼ਨ ਸਟੂਡੈਂਟ ਵਾਸਤੇ ਵਧੀਆ, ਕਿਉਂਕਿ ਇੰਸ਼ੋਰੈਂਸ ਹੋਵੇ ਤਾਂ ਜ਼ਰੂਰੀ ਹੈ। ਕਿਉਂਕਿ ਇਸ ਮੁਲਕਾਂ 'ਚ ਇੱਕ ਵਾਰੀ ਜੇ ਕਲੇਮ ਹੋ ਗਿਆ, ਜੇ ਆਪਾਂ ਨੂੰ ਹੁਣ ਸਾਰੀ ਦਿਹਾੜੀ 'ਚ ਕੰਮ ਕਰਕੇ ਪੈਸੇ ਬਣਾਉਣੇ, ਹਸਪਤਾਲ ਜਾਂਦੇ ਹੀ ਅਗਲਾ 2000-2500 ਰੱਖ ਲੈਣਾ, ਉਹਨਾਂ ਕਹਿੰਦਾ ਲਿਆਓ ਜੀ, ਜੇ ਐਮਰਜੈਂਸੀ ਇੱਕ ਵਾਰੀ ਵੀ ਹੋਇਆ ਸਾਡਾ ਸਾਰਾ ਬਜਟ ਹਿੱਲ ਜਾਣਾ। ਜੇ ਨਹੀਂ ਪੈਸੇ ਦਿੰਦੇ ਸਾਡਾ ਕ੍ਰੈਡਿਟ ਖਰਾਬ ਹੋਣਾ। ਇਸ ਕਰਕੇ ਸਾਰੇ ਮੈਂ ਸਟੂਡੈਂਟ ਨੂੰ ਇਹ ਕਹਿੰਦਾ ਆਪਦੀ ਇੰਸ਼ੋਰੈਂਸ ਕਰਾਓ, ਕਿਤੋਂ ਵੀ ਕਰਾਓ, ਸਕੂਲ ਤੋਂ ਕਰਾਓ, ਜਾਂ ਭਾਵੇਂ ਤੁਹਾਡੀ MSP ਕਵਰੇਜ ਨਹੀਂ ਲਈ, ਕਈ ਵਾਰੀ ਸਟੂਡੈਂਟ ਭੁੱਲ ਜਾਂਦੇ ਕਿਉਂਕਿ ਬਜਟ ਉੱਦਾਂ ਦਾ ਹੁੰਦਾ, ਕਈ ਬਜਟ ਟਾਈਟ ਹੁੰਦਾ, ਕਹਿੰਦੇ ਵੀ ਕਿਸ਼ਤ ਉੱਦਾਂ ਹੀ ਜਾਂਦੀ, ਛੱਡੋ ਇਹਨੂੰ। ਪਰ ਮੈਂ ਕਹਿੰਦਾ ਵੀ ਜ਼ਰੂਰ ਕੁਛ ਨਾ ਕੁਛ ਆਪਦੀ ਇੰਸ਼ੋਰੈਂਸ ਰੱਖੋ ਜੀ। ਤੇ ਸਭ ਕਾਂਟੈਕਟ ਦੱਸਿਓ ਤੁਹਾਡੇ ਨਾਲ ਕਿੱਦਾਂ ਕੀਤਾ ਜਾ ਸਕਦਾ ਜੀ? ਹਾਂਜੀ, ਬਿਲਕੁਲ ਸਿਖਾਲਾ ਜੀ। ਜੇ ਭੁੱਲ ਗਏ, ਥਿੰਕ ਇੰਸ਼ੋਰੈਂਸ ਦਾ ਨਾਂ ਗੂਗਲ 'ਚ ਪਾ ਦੇਣਾ ਜੀ। ਸਾਡੀਆਂ 4 ਲੋਕੇਸ਼ਨ ਹੈ ਜੀ, 128 ਤੇ 76 ਤੇ, ਉੱਥੇ ਮੈਂ ਹੁੰਦਾ ਪਰਮਿੰਦਰ ਸਿੰਘ ਥਿੰਦ, ਜਾਂ ਸਾਡੇ ਐਬਟਸਵਰਡ ਖੁਸ਼ਦੀਪ ਸਿੰਘ ਸਰਾਂ ਹੈਗੇ ਨੇ, ਅਤੇ ਜਾਂ ਅਲਬਰਟਾ ਦੇ ਵਿੱਚ ਰਮਨਦੀਪ ਸਿੰਘ ਸੋਤਾ ਹੈਗੇ ਨੇ। ਸਾਡੇ ਆਫਿਸ ਨੇ, ਕਿਸੇ ਦਾ ਕੋਈ ਵੀ ਕੁਐਸਚਨ ਹੈ ਸਾਨੂੰ ਔਨਲਾਈਨ ਵੀ ਸਾਨੂੰ ਵਾਰਤਾਲਾਪ ਕਰ ਸਕਦੇ ਹੋ। ਘਰੇ ਬੈਠੇ ਇੰਸ਼ੋਰੈਂਸ ਖਰੀਦ ਸਕਦੇ ਹੋ, ਸੁਪਰ ਵੀਜ਼ਾ ਘਰੇ ਬੈਠੇ, ਸਿਰਫ ਸਾਨੂੰ ਉਹਨਾਂ ਦੀ ਸਿਹਤ ਬਾਰੇ ਦੱਸੋ, ਉਹਨਾਂ ਦੀ ਜਾਣਕਾਰੀ ਦੱਸੋ, ਤੁਹਾਨੂੰ ਪਾਲਿਸੀ ਬਣਾ ਕੇ ਘਰੇ ਈਮੇਲ ਕਰ ਦਿਆਂਗੇ ਰਾਈਟ ਵੇ। ਇਹ ਹੈ ਵੀ 604 828 7213। ਧੰਨਵਾਦ ਸੋਤਾ ਸਾਹਿਬ, ਬਹੁਤ ਬਹੁਤ ਮਿਹਰਬਾਨੀ ਜੀ। ਥੈਂਕ ਯੂ। ਦੋਸਤੋ, ਪਰਮਿੰਦਰ ਸਿੰਘ ਹੋਣਾ ਦੇ ਨਾਲ ਅਸੀਂ ਗੱਲਬਾਤ ਕੀਤੀ। ਬਹੁਤ ਸਮਝਣ ਵਾਲਾ ਨੁਕਤਾ ਆ, ਜਿਹੜਾ ਵਿਅਕਤੀ ਵੀ ਇੱਥੇ ਵਿਜ਼ਿਟਰ ਆ ਰਿਹਾ ਆ, ਉਹ ਜੇ ਤਾਂ ਠੀਕ ਠਾਕ ਉਹਨੂੰ ਕੋਈ ਸਮੱਸਿਆ ਨਹੀਂ ਆਉਂਦੀ ਸਿਹਤ ਦੀ, ਉਹ ਠੀਕ ਠਾਕ ਰਹਿੰਦਾ, ਤਾਂ ਇਹਦੇ ਵਿੱਚ ਕੋਈ ਵੀ ਫਿਰ ਸਾਰਾ ਕੁਝ ਠੀਕ ਠਾਕ ਆ। ਜਦੋਂ ਕਿਤੇ ਬਦਕਿਸਮਤੀ ਨਾਲ ਬੰਦਾ ਬਿਮਾਰ ਹੋ ਕੇ ਹੌਸਪੀਟਲ ਚਲ ਜੇ, ਉਹਨੂੰ ਕੋਈ ਸਮੱਸਿਆ ਆ ਜੇ, ਤਾਂ ਜੇ ਤੁਹਾਡੇ ਕੋਲ ਇੰਸ਼ੋਰੈਂਸ ਨਹੀਂ ਆ ਜਾਂ ਉਹ ਇੰਸ਼ੋਰੈਂਸ ਘੱਟ ਆ,
ਤਾਂ ਇਹ ਨਹੀਂ ਕਿ ਹਸਪਤਾਲ ਨੇ ਇਲਾਜ ਨਹੀਂ ਕਰਨਾ, ਉਹਨਾਂ ਨੇ ਇਲਾਜ ਕਰ ਦੇਣਾ ਤੇ ਜਿਹੜਾ ਖਰਚਾ ਜਿੰਨਾ ਹੈਗਾ ਫਿਰ ਜਿਹੜਾ ਤੁਹਾਡਾ ਇੱਥੇ ਆ ਜੇ ਬੱਚੇ ਆ ਉਹਨਾਂ ਦੇ ਸਿਰ ਪਾ ਦੇਣਾ, ਭਾਵੇਂ ਉਹ ਤੁਹਾਡੇ ਘਰ ਦੇ ਉੱਤੇ ਉਹਨੂੰ ਪਾਉਣ ਜਾਂ ਤੁਹਾਨੂੰ ਹੌਲੀ ਹੌਲੀ ਕਰਕੇ ਦੇਣਾ ਪਵੇ, ਉਹ ਖਰਚਾ ਪੈ ਜਾਣਾ। ਤੇ ਕਈ ਵਾਰੀ ਉਹ ਇੱਕ ਦਿਨ ਦਾ 10-15 ਹਜ਼ਾਰ ਡਾਲਰ ਵੀ ਖਰਚਾ ਹੁੰਦਾ ਆ। ਇਹਦੇ ਲਈ ਇੰਸ਼ੋਰੈਂਸ ਦੇ ਕਿਹੜੇ ਨੁਕਤੇ ਆ, ਕਿਹੜਾ ਇੰਸ਼ੋਰੈਂਸ ਚਾਹੀਦਾ ਆ, ਪਰਮਿੰਦਰ ਸਿੰਘ ਹੋਣਾ ਦੇ ਨਾਲ ਤੁਸੀਂ ਥਿੰਕ ਇੰਸ਼ੋਰੈਂਸ 'ਤੇ ਕੰਟੈਕਟ ਕਰ ਸਕਦੇ ਹੋ। ਕੈਮਰਾਮੈਨ ਅਮਿਤ ਪਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਅਸੀਂ ਰਵੀ ਕਾਲੋਂ ਜੀ ਦੇ ਨਾਲ ਗੱਲਬਾਤ ਕਰਨੀ ਹੈ, ਜਿਹੜੇ ਮਿਨਿਸਟਰ ਆਫ ਜੌਬਸ, ਇਕਨੋਮਿਕ ਰਿਕਵਰੀ ਐਂਡ ਇਨੋਵੇਸ਼ਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਿਨਿਸਟਰ ਨੇ। ਇਸ ਵੇਲੇ ਬ੍ਰਿਟਿਸ਼ ਕੋਲੰਬੀਆ ਦੀ ਆਰਥਿਕਤਾ ਦੀ ਕੀ ਹਾਲਤ ਆ, ਕੁਛ ਖਾਸ ਯਤਨ ਕੀਤੇ ਜਾ ਰਹੇ ਆ BC ਸਰਕਾਰ ਵੱਲੋਂ ਇਕਨੋਮਿਕ ਹਾਲਤ BC ਦੀ ਠੀਕ ਠਾਕ ਕਰਨ ਦੇ ਲਈ ਔਰ ਲੰਬਾ ਸਮਾਂ ਲਈ ਠੀਕ ਠਾਕ ਕਰਨ ਦੇ ਲਈ। ਰਵੀ ਕਾਲੋਂ ਜੀ ਦੇ ਨਾਲ ਗੱਲਬਾਤ ਕਰਦੇ। ਦੋਸਤੋ, ਅਸੀਂ ਇਸ ਹਿੱਸੇ ਦੇ ਵਿੱਚ ਖਾਸ ਗੱਲਬਾਤ ਕਰਨੀ ਆ ਰਵੀ ਕਾਲੋਂ ਜੀ ਦੇ ਨਾਲ, ਜਿਹੜੇ ਮਿਨਿਸਟਰ ਆਫ ਜੌਬਸ, ਇਕਨੋਮਿਕ ਰਿਕਵਰੀ ਐਂਡ ਇਨੋਵੇਸ਼ਨ ਫॉर ਬ੍ਰਿਟਿਸ਼ ਕੋਲੰਬੀਆ। ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨੀ ਹੈ ਕੁਝ ਖਾਸ ਜਿਹੜੀ BC ਦੇ ਇਕਨੋਮਿਕ ਪਲਾਨ ਬਾਰੇ ਕੁਝ ਖਾਸ ਗੱਲਾਂ ਬਾਤਾਂ ਉਹਨਾਂ ਨੇ ਸਾਡੇ ਨਾਲ ਸਾਂਝੀਆਂ ਕਰਨੀਆਂ। ਮੈਂ ਪੰਜਾਬੀ 'ਚ ਥੋੜ੍ਹਾ ਜਿਹਾ ਇਹਨਾਂ ਦੀ ਮਿਨਿਸਟਰੀ ਬਾਰੇ ਦੱਸ ਦਿੰਦਾ ਕਿ ਜਿਹੜੀਆਂ ਕੰਮਕਾਰ ਨੌਕਰੀਆਂ ਇੱਥੇ ਪੈਦਾ ਹੋਣੀਆਂ ਹੁੰਦੀਆਂ ਕਿਸ ਤਰੀਕੇ ਨਾਲ ਉਹ ਆਉਣੀਆਂ ਆ, ਕੀ ਉਹਦੇ ਵੱਖ-ਵੱਖ ਤਰੀਕੇ ਹੁੰਦੇ, ਉਸ ਮਹਿਕਮੇ ਦੇ ਵਿੱਚ ਸਾਡੇ ਰਵੀ ਕਾਲੋਂ ਜੀ ਮਿਨਿਸਟਰ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਰਵੀ ਕਾਲੋਂ ਜੀ, ਬਹੁਤ-ਬਹੁਤ ਸਵਾਗਤ ਹੈ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੇ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਵਿਊਅਰਸ ਨੂੰ ਜੀ। ਰਵੀ ਜੀ, ਦੱਸੋਗੇ ਜਿਹੜਾ ਅੱਜ ਇਹ BC ਦਾ ਇਕਨੋਮਿਕ ਪਲਾਨ ਫਿਊਚਰ ਦੇ ਵਿੱਚ ਅਸੀਂ ਆਰਥਿਕ ਰੂਪ ਦੇ ਵਿੱਚ ਕਿਸ ਤਰੀਕੇ ਦੇ ਨਾਲ ਜ਼ਿਆਦਾ ਤਕੜੇ ਹੋ ਸਕਦੇ ਹਾਂ, ਉਹਦੇ ਲਈ ਪਲਾਨ ਕੀ ਹੈ ਜੀ ਸਰਕਾਰ ਦਾ ਇਸ ਵੇਲੇ? ਵੈਲ, ਲਾਸਟ ਵੀਕ ਇੱਕ ਰਿਪੋਰਟ ਅਸੀਂ ਰਿਲੀਜ਼ ਕੀਤੀ ਸੀ। ਉਹ ਰਿਪੋਰਟ ਵਿੱਚ ਉਹਨਾਂ ਨੇ ਹਾਈਲਾਈਟ ਕੀਤਾ ਵੀ ਓਵਰ 1 ਮਿਲੀਅਨ ਜੌਬਸ over the next 10 years BC ਵਿੱਚ ਜੌਬ ਓਪਨਿੰਗਸ ਹੋਣੀਆਂ। ਸੋ ਇਹ ਮੇਜਰ ਚੈਲੰਜ ਹੈ ਬਿਕਾਜ਼ ਸਾਨੂੰ ਪਤਾ ਵੀ ਸਾਡੇ ਕੋਲ ਇਨਫ ਪੋਪੂਲੇਸ਼ਨ ਨਹੀਂ ਹੈਗੀ ਉਹ ਜੌਬਸ ਮੀਟ ਕਰਨ ਲਈ। ਸੋ ਅਸੀਂ ਜਿਹੜਾ ਇਕਨੋਮਿਕ ਪਲਾਨ ਅੱਜ ਅਨਾਉਂਸ ਕਰ ਰਿਹਾ ਕੀਤਾ, ਇਹਦੇ ਮੇਨ ਫੋਕਸ ਇਹ ਆ, ਇੱਕ ਕਿ ਅਸੀਂ ਇਨਵਾਇਰਨਮੈਂਟ ਤੇ ਜਿਹੜੇ ਇਨਕਲੂਸਿਵ ਗਰੋਥ ਸਾਡਾ ਮੇਨ ਫੋਕਸ ਹੋਗਾ, ਪਰ ਮੋਸਟ ਇੰਪੋਰਟੈਂਟ ਸਾਡਾ ਕੰਪੈਟੀਟਿਵ ਐਡਵਾਂਟੇਜ ਹੈਗਾ ਸਾਡੇ ਪੀਪਲ। ਸੋ ਸਕਿਲਸ ਟ੍ਰੇਨਿੰਗ, ਰੀਸਕਿਲਿੰਗ, ਪੀਪਲ ਨੂੰ ਓਪਰਚੁਨਿਟੀਜ਼ ਦੇਣ ਲਈ ਸੋ that ਉਹ ਜੌਬਾਂ ਜਿਹੜੀਆਂ ਆ ਰਹੀਆਂ ਉਹ ਟੇਕ ਕਰ ਸਕਦੇ ਆ, ਪਰ ਆਲਸੋ ਸੋ that ਜਿਹੜੇ ਨਵੇਂ ਇਮੀਗ੍ਰੈਂਟਸ ਆ ਰਹੇ ਆ, ਸਾਨੂੰ ਪਤਾ ਮੋਰ ਇਮੀਗ੍ਰੇਸ਼ਨ ਸਾਨੂੰ ਚਾਹੀਦੀ ਆ, ਉਹ ਜਦੋਂ ਆਉਣ ਆਪਣੀ ਫੈਮਿਲੀਜ਼ ਨੂੰ ਲੈ ਕੇ ਆ ਸਕਦੇ ਆ ਤੇ ਸਾਰੀ ਕਮਿਊਨਿਟੀ ਨੂੰ ਬੈਟਰ ਕਰ ਸਕਣ। ਇੱਕ ਫੋਕਸ ਸਾਡਾ ਇਹ ਆ। ਤੇ ਸੈਕੰਡ ਫੋਕਸ ਜਿਹੜੇ ਸਾਡੇ ਨਵੇਂ ਸੈਕਟਰ ਸਾਡੀ ਇਕਨੋਮੀ ਵਿੱਚ ਆ, ਜਿਹੜੇ ਬਹੁਤ ਹੀ ਫਾਸਟ EMPLOYEES ਨੂੰ ਹਾਇਰ ਕਰ ਰਹੇ ਆ, ਅਸੀਂ ਉਹਨਾਂ ਨੂੰ ਕਿੱਦਾਂ ਸਪੋਰਟ ਕਰਾਂਗੇ। ਸੋ ਇਹ ਸਾਡੇ ਮੇਨ ਫੋਕਸ ਹੋਣਗੇ। ਤੇ ਸਾਡੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਵੇਲੇ ਹਾਲਤ ਕੀ ਹੈ, ਤੁਹਾਨੂੰ ਜ਼ਿਆਦਾ ਪਤਾ ਇਸ ਗੱਲ ਬਾਰੇ? ਨੌਕਰੀਆਂ ਜ਼ਿਆਦਾ ਨੇ, ਕਿਤੇ ਕਿਤੇ ਪਤਾ ਲੱਗਦਾ ਵੀ ਨੌਕਰੀਆਂ ਜ਼ਿਆਦਾ ਨੇ, ਬੰਦੇ ਨਹੀਂ ਮਿਲ ਰਹੇ, ਉਹਨਾਂ ਦੀ ਸ਼ਾਰਟੇਜ ਹੈ ਜੀ। ਰਾਈਟ ਨਾਓ BC ਵਿੱਚ ਹੁਣ ਜ਼ਿਆਦਾ ਲੋਕੀ ਕੰਮ ਕਰਨ ਰਹੇ ਦੈਨ ਪੈਂਡੈਮਿਕ ਜਦੋਂ ਸ਼ੁਰੂ ਹੋਇਆ ਸੀ। ਸੋ BC ਲੀਡ ਕਰ ਰਿਹਾ ਸਾਰੇ ਕੰਟਰੀ ਨੂੰ ਜੌਬ ਰਿਕਵਰੀ ਵਿੱਚ। ਇਨਫੈਕਟ ਤੁਸੀਂ ਹਾਈਲਾਈਟ ਕਰ ਰਹੇ ਹੋ, ਮੋਸਟ ਇੰਪਲੋਇਰ ਸਾਨੂੰ ਕਹਿ ਰਹੇ ਸਾਨੂੰ ਪੀਪਲ ਨਹੀਂ ਮਿਲਦਾ, ਕਹਿੰਦੇ ਅਸੀਂ ਟਰਾਈ ਕਰ ਰਹੇ ਹਾਂ, ਅਸੀਂ ਹੁਣ ਰੈਡੀ ਹਾਂ ਹਾਇਰ ਕਰਨ ਲਈ, ਪਰ ਲੋਕੀ ਨਹੀਂ ਹੈਗੇ। ਸੋ ਐਟ ਦ ਸੇਮ ਟਾਈਮ ਸਾਨੂੰ ਪਤਾ ਵੇਜਸ ਵੀ ਅਪ ਜਾ ਰਹੀਆਂ। ਸੋ ਦੈਟਸ ਪੋਜ਼ਿਟਿਵ, ਵਰਕਰਸ ਲਈ ਪੋਜ਼ਿਟਿਵ ਆ, ਪਰ ਇਹ ਬਹੁਤ ਹੀ ਵੱਡਾ ਇਸ਼ੂ ਆ। ਸੋ 3 ਚੀਜ਼ਾਂ ਅਸੀਂ ਫੋਕਸ ਕਰ ਰਹੇ ਹਾਂ। ਇੱਕ ਹੈਗਾ ਸਕਿਲਸ ਟ੍ਰੇਨਿੰਗ। ਸਾਨੂੰ ਪਤਾ ਵੀ ਜਿਹੜੇ ਲੋਕਾਂ ਨੂੰ ਜਿਹੜੇ ਓਪਰਚੁਨਿਟੀਜ਼ ਆ ਰਹੀਆਂ, ਸਾਨੂੰ ਉਹਨਾਂ ਨੂੰ ਸਕਿਲਸ ਪ੍ਰੋਵਾਈਡ ਕਰਨੇ ਪੈਣੇ ਆ ਸੋ ਦੈਟ ਉਹ ਜੌਬਾਂ ਲੈ ਸਕਦੇ ਆ। ਸੈਕੰਡ, ਚਾਈਲਡ ਕੇਅਰ। ਸਾਨੂੰ ਪਤਾ ਜਦੋਂ ਤੁਸੀਂ ਚਾਈਲਡ ਕੇਅਰ ਦੀ ਇਨਵੈਸਟਮੈਂਟ ਕਰੋ ਤੇ ਪ੍ਰਾਈਸਿਸ ਡਾਊਨ ਕਰਦੇ ਹੋ ਲੋਕੀ ਨੂੰ, ਮੋਰ ਐਂਡ ਮੋਰ ਪੀਪਲ, ਮੋਸਟਲੀ ਵੂਮਨ ਐਕਚੁਅਲੀ, ਉਹ ਵਰਕਫੋਰਸ ਫਿਰ ਜੁਆਇਨ ਕਰਨਗੇ ਤੇ ਉਹ ਜਿਹੜੀਆਂ ਜੌਬਾਂ ਓਪਰਚੁਨਿਟੀਜ਼ ਉਹ ਟੇਕ ਕਰਨਗੇ। ਤੇ ਥਰਡ ਹੈਗਾ ਇਮੀਗ੍ਰੇਸ਼ਨ। ਸਾਨੂੰ ਪਤਾ ਬਹੁਤ ਹੀ ਇੰਪੋਰਟੈਂਟ ਆ ਵੀ ਜਿਹੜੇ ਹੁਣ ਫੈਡਰਲ ਗਵਰਨਮੈਂਟ ਦੇ ਨੰਬਰਸ ਆ ਉਹ ਵੀ ਇਨਕਰੀਜ਼ ਕਰਨੇ ਪੈਣੇ ਆ, ਬਿਕਾਜ਼ ਜਿਹੜੀਆਂ ਜੌਬਾਂ ਆ ਰਹੀਆਂ ਸਾਨੂੰ ਉਹ ਲੋਕੀ ਚਾਹੀਦੇ। ਜੇ ਨਹੀਂ ਹੋਊਗਾ ਸਾਡੀ ਇਕਨੋਮੀ ਤੇ ਬਹੁਤ ਇੰਪੈਕਟ ਹੋਊਗਾ। BC ਦੇ ਵਿੱਚ ਇਕਨੋਮੀ ਦੀ ਕੀ ਹਾਲਤ ਆ ਜੀ ਇਸ ਵੇਲੇ? ਆਪਾਂ ਇਸ ਪੈਂਡੈਮਿਕ ਦੇ ਵਿੱਚੋਂ ਜਦੋਂ ਬਾਹਰ ਆਏ ਆ, ਅਸੀਂ ਇਹ ਤੋਂ ਰਿਕਵਰ ਕਰ ਰਹੇ ਹਾਂ, ਕਰ ਜਾਵਾਂਗੇ? ਅਸੀਂ ਕਿਸ ਸਥਿਤੀ ਦੇ ਵਿੱਚ ਸਾਡੀ ਇਸ ਵੇਲੇ ਕੰਡੀਸ਼ਨ ਕੀ ਆ ਇਕਨੋਮੀ ਦੀ ਬ੍ਰਿਟਿਸ਼ ਕੋਲੰਬੀਆ ਦੀ ਜੀ? ਰਾਈਟ ਨਾਓ BC ਸਾਰੀ ਕੰਟਰੀ ਨੂੰ ਅਸੀਂ ਲੀਡ ਕਰ ਰਹੇ ਹਾਂ। ਅਨਐਮਪਲੋਇਮੈਂਟ ਲੋਐਸਟ, ਜੌਬ ਰਿਕਵਰੀ ਰੇਟ ਹਾਈਐਸਟ, ਵੇਜਸ ਅਪ ਜਾ ਰਹੇ ਆ। ਇਨਫੈਕਟ BC ਨੂੰ ਲਾਸਟ ਈਅਰ 30,000 ਪੀਪਲ BC ਵਿੱਚ ਮੂਵ ਹੋਏ ਦੂਜੇ ਪ੍ਰੋਵਿੰਸਸ ਤੋਂ। The biggest migration of people move ਹੋ ਰਹੇ ਆ BC ਨੂੰ in 30 years. So ਜਿੰਨੇ ਇੰਡੀਕੇਟਰਸ ਆ ਇਕਨੋਮੀ ਦੇ ਸਾਰੇ ਦੱਸ ਰਹੇ ਵੀ ਸਾਡੀ ਇਕਨੋਮੀ ਬਹੁਤ ਵਧੀਆ ਰਿਕਵਰ ਕਰ ਰਹੀ ਆ। ਤੇ ਹੁਣ ਜਿਹੜਾ ਅਸੀਂ ਇਕਨੋਮਿਕ ਪਲਾਨ ਅਨਾਉਂਸ ਕੀਤਾ, ਇਹ ਪਲਾਨ ਦਾ ਫੋਕਸ ਆ 10 years ਵਿੱਚ ਅਸੀਂ ਕਿਹੋ ਜਿਹੀ ਇਕਨੋਮੀ ਚਾਹੁੰਦੇ ਆ ਤੇ ਅਸੀਂ ਕਿੱਦਾਂ ਉੱਥੇ ਪਹੁੰਚਾਂਗੇ। ਰਵੀ ਜੀ, ਜਿਹੜੀਆਂ ਸਕਿਲਸ ਟ੍ਰੇਨਿੰਗ ਆ ਇਹਦੇ ਵਿੱਚ ਖਾਸ ਤੌਰ ਦੇ ਉੱਤੇ ਕੀ ਕੀਤਾ ਜਾਊਗਾ? ਲੋਕਾਂ ਨੂੰ ਕਿਸ ਤਰ੍ਹਾਂ ਦੀਆਂ ਸਕਿਲਸ ਜਿਹੜੀਆਂ ਮਿਲਣਗੀਆਂ ਤੇ ਕੀ ਜਿਨ੍ਹਾਂ ਸਕਿਲਸ ਦੀ ਸਾਡੇ EMPLOYERS ਨੂੰ ਲੋੜ ਆ ਇਸ ਵੇਲੇ ਉਹ ਸਫੀਸ਼ੀਐਂਟ ਲੋਕ ਹੈਗੇ ਆ ਇੱਥੇ ਜੀ?
ਲੋਕ ਨਹੀਂ ਹੈਗੇ, ਸਾਨੂੰ ਮੋਰ ਇਮੀਗ੍ਰੇਸ਼ਨ ਚਾਹੀਦੀ ਹੈ, ਪਰ ਆਲਸੋ ਜਿਹੜੇ ਪੀਪਲ ਹੁਣ ਨਹੀਂ ਕੰਮ ਕਰ ਰਹੇ, ਜਿਹੜੇ ਲੇਬਰ ਮਾਰਕੀਟ ਛੱਡ ਹਟੇ ਆ, ਉਹਨਾਂ ਨੂੰ ਵੀ ਵਾਪਸ ਸਾਨੂੰ ਲੱਭਣਾ ਪੈਣਾ ਤਰੀਕਾ, ਉਹਨਾਂ ਨੂੰ ਸਕਿੱਲਸ ਟ੍ਰੇਨਿੰਗ ਦੇ ਕੇ। ਸੋ ਅੱਜ ਅਸੀਂ ਪਲਾਨ ਅਨਾਉਂਸ ਕੀਤਾ, ਪਰ ਆਲਸੋ $136 million ਬ੍ਰੈਂਡ ਨਿਊ ਫੈਸਿਲਿਟੀ BCIT ਤੇ ਅਸੀਂ ਅਨਾਉਂਸ ਕੀਤੀ ਆ, ਜਿੱਥੇ ਅਸੀਂ ਟ੍ਰੇਡਸ ਐਂਡ ਟ੍ਰੇਨਿੰਗ ਫੈਸਿਲਿਟੀ ਬਣਾਈ ਹੈ, ਸੋ ਦੈਟ ਸਾਡੇ ਫਿਊਚਰ ਜਨਰੇਸ਼ਨ ਨੂੰ ਟ੍ਰੇਨਿੰਗ ਓਪਰਚੁਨਿਟੀ ਮਿਲੇ। ਬਿਕਾਜ਼ ਸਾਨੂੰ ਪਤਾ ਕੰਸਟਰਕਸ਼ਨ ਸੈਕਟਰ ਵਿੱਚ ਬਹੁਤ ਹੀ ਜੌਬਸ ਆ ਰਹੀਆਂ ਇਨ ਦਾ ਫਿਊਚਰ, ਤੇ ਉਹ ਸੈਂਟਰ ਨੇ ਪ੍ਰੋਵਾਈਡ ਕਰਨੀਆਂ। ਪਰ ਆਫ ਕੋਰਸ whole host of measures ਅਸੀਂ ਅਨਾਉਂਸ ਕੀਤੇ, 13 new actions ਅਸੀਂ ਅਨਾਉਂਸ ਕੀਤੇ ਪਲਾਨ ਵਿੱਚ, ਜਿਹੜੇ ਸਾਨੂੰ ਪਤਾ ਬਹੁਤ ਇੰਪੋਰਟੈਂਟ ਹੋਣੇ ਸਾਡੀ ਇਕਨੋਮੀ ਨੂੰ ਐਡਵਾਂਸ ਕਰਨ ਲਈ। ਇਹ ਸਾਰੇ ਕੁਝ ਦੇ ਵਿੱਚ এনवायरमेंट ਨੂੰ ਕਿਸ ਤਰੀਕੇ ਨਾਲ ਧਿਆਨ 'ਚ ਰੱਖਿਆ ਜਾ ਰਿਹਾ ਜੀ? ਦੇਖੋ ਜੀ, ਸਾਨੂੰ ਪਤਾ ਵੀ ਆਫ ਕੋਰਸ ਪੈਂਡੈਮਿਕ ਦਾ ਇੰਪੈਕਟ ਬਹੁਤ ਹੋਇਆ ਲਾਸਟ 2 years ਵਿੱਚ, ਪਰ ਆਲਸੋ ਫਾਇਰਸ ਤੇ ਫਲੱਡਸ, ਇਹ ਜਿਹੜਾ ਕਲਾਈਮੇਟ ਚੇਂਜ ਆ, ਜਿਹੜੀ ਟੌਪਿਕ ਜਿਹੜੀ ਕਲਾਈਮੇਟ ਚੇਂਜ ਦੀ ਆ, ਇਹ ਨਹੀਂ ਵੀ ਕਲਾਈਮੇਟ ਚੇਂਜ ਆ ਰਿਹਾ, ਕਲਾਈਮੇਟ ਚੇਂਜ ਆਲਰੇਡੀ ਤੇ ਬਹੁਤ ਇੰਪੈਕਟ ਹੋ ਰਿਹਾ, ਬਿਕਾਜ਼ ਜਿਹੜੀ ਨਾਰਮਲ ਪ੍ਰੋਡਕਸ਼ਨ ਉਹਨਾਂ ਦੀ ਹੁੰਦੀ ਆ, ਉਹ ਹੁਣ ਵੈਦਰ ਚੇਂਜ ਪੈਟਰਨਸ ਨਾਲ ਸਾਰਾ ਕੁਝ ਖਰਾਬ ਹੋ ਰਿਹਾ। ਸੋ ਸਾਨੂੰ ਪਤਾ ਵੀ ਫॉर ਐਗਜ਼ਾਮਪਲ ਜਿਹੜੀ ਐਗਰੀਟੈਕ ਸੈਕਟਰ ਆ, ਜਿਹਦੇ ਟੈਕਨੋਲੋਜੀ ਤੇ ਐਗਰੀਕਲਚਰ ਕੰਬਾਈਨ ਕਰਦੇ ਆ, ਉਹ ਬਹੁਤ ਐਡਵਾਂਸ ਹੋ ਰਿਹਾ। ਦੈਟਸ ਵਾਈ ਅਸੀਂ ਪਲਾਨ ਵਿੱਚ ਹਾਈਲਾਈਟ ਕੀਤਾ। ਸਾਨੂੰ ਪਤਾ ਵੀ healthy society ਤੇ healthy economy hand in hand ਜਾਂਦੀ ਆ। That's why ਅਸੀਂ plan announce ਕੀਤਾ, so that life science sector, ਜਿਹੜੇ ਦਵਾਈਆਂ ਬਣਾਉਣ ਦਾ ਸੈਕਟਰ ਆ, ਉਹਦੇ ਵਿੱਚ ਅਸੀਂ advancements make ਕਰ ਸਕਦੇ ਹਾਂ। ਪਰ ਇਹ ਸਾਰੀਆਂ ਚੀਜ਼ਾਂ ਜਿੰਨੇ ਚਿਰ ਅਸੀਂ social issue ਨਹੀਂ address ਕਰਦੇ, ਇਹ economy ਚੱਲਣੀ ਨਹੀਂ। That's why housing and childcare also ਸਾਡੀ plan ਵਿੱਚ included ਆ। ਇੱਕ ਜਿਹੜਾ BCIT ਦਾ ਬਹੁਤ ਵੱਡਾ ਇਹਦਾ ਰੋਲ ਆ, ਇਹ ਟ੍ਰੇਡ ਟ੍ਰੇਨਿੰਗ ਦੇ ਵਿੱਚ, ਸਕਿੱਲ ਟ੍ਰੇਨਿੰਗ ਦੇ ਵਿੱਚ, ਜਿਹੜੇ ਵੱਖ-ਵੱਖ ਟ੍ਰੇਡਸ ਦੇ ਵਿੱਚ ਲੋਕ ਲੈਂਦੇ ਆ, ਅੱਜ ਬਹੁਤ ਵੱਡੀ ਤੁਸੀਂ ਵੀ ਅਨਾਊਂਸਮੈਂਟ ਕਰ ਰਹੇ ਆ ਕਿ ਇਹਦੇ ਵਿੱਚ ਇਹਦੀ ਜਿਹੜੀ ਕੰਪਲੈਕਸ ਦੀ ਐਕਸਪੈਂਸ਼ਨ ਦੀ, ਉਹ ਕੀ ਆ ਔਰ ਉਹਦੇ ਵਿੱਚ ਕੀ ਹੋਊਗਾ ਜੀ ਹੁਣ? ਜਿਹੜਾ ਟ੍ਰੇਡਸ ਐਂਡ ਟ੍ਰੇਨਿੰਗ ਸੈਂਟਰ ਅਸੀਂ ਅਨਾਉਂਸ ਕੀਤਾ $136 million, ਉਹ ਸੈਂਟਰ ਵਿੱਚ ਜਿਹੜੇ ਸਾਡੇ ਫਿਊਚਰ ਟ੍ਰੇਡਸ ਆ, ਪਲੰਬਰਸ, ਜਿਹੜੇ ਫਰੇਮਰਸ ਆ, ਜਿੰਨੇ ਵੀ ਸਕਿੱਲਸ ਸਾਨੂੰ ਚਾਹੀਦੇ ਆ ਕੰਸਟਰਕਸ਼ਨ ਵਿੱਚ, ਸਾਰੇ ਉਸ ਸਾਈਟ ਤੇ ਟ੍ਰੇਨ ਹੋਣੇ ਆ। BCIT ਬਹੁਤ ਹੀ ਯੂਨੀਕ ਫੈਸਿਲਿਟੀ ਆ ਬ੍ਰਿਟਿਸ਼ ਕੋਲੰਬੀਆ ਵਿੱਚ। ਆਫ ਕੋਰਸ UBC, SFU, UVic, ਕੁਆਂਟਮ ਕਾਲਜ, ਇਹ ਸਾਰੇ ਯੂਨੀਵਰਸਿਟੀ ਫਰੇਜ਼ਰ ਵੈਲੀ, ਸਾਰੀਆਂ ਕਾਲਜਸ ਯੂਨੀਵਰਸਿਟੀ ਬਹੁਤ ਵਧੀਆ। ਪਰ BCIT ਡਿਫਰੈਂਟ ਆ, ਬਿਕਾਜ਼ ਇਹ ਟ੍ਰੇਡਸ ਟ੍ਰੇਨਿੰਗ ਵਿੱਚ ਬਹੁਤ ਫੋਕਸ ਪਾਉਂਦੇ ਆ, ਤੇ ਆਫ ਕੋਰਸ ਐਮਪਲੋਇਰਸ ਦੇ ਨਾਲ ਕੰਮ ਕਰਦੇ ਆ। ਸੋ ਐਮਪਲੋਇਰਸ ਕਹਿੰਦੇ ਵੀ ਸਾਨੂੰ this many plumbers ਚਾਹੀਦੇ ਆ। ਟ੍ਰੇਡਸ ਟ੍ਰੇਨਿੰਗ ਓਪਰਚੁਨਿਟੀਜ਼ ਜਦੋਂ ਕਰਦੇ ਆਪਣੇ ਸਟੂਡੈਂਟਸ ਟ੍ਰੇਨਿੰਗ, ਉਹਨਾਂ ਨੂੰ ਰਾਈਟ ਅਵੇ ਜੌਬਸ ਮਿਲ ਜਾਂਦੀਆਂ। ਸੋ ਦੈਟਸ ਵਾਈ ਅਸੀਂ ਉਹ ਯੂਨੀਵਰਸਿਟੀ ਤੇ ਫੋਕਸ ਪਾ ਰਹੇ ਹਾਂ ਰਾਈਟ ਨਾਓ। ਪਰ ਹਾਲੇ ਸਾਨੂੰ ਪਤਾ ਵੀ ਸਾਰੀਆਂ ਯੂਨੀਵਰਸਿਟੀਜ਼ ਨੂੰ ਇਨਕਰੀਜ਼ ਫੰਡਿੰਗ ਕਰਨੀ ਪੈਣੀ ਹੈ, ਸੋ ਦੈਟ ਸਾਨੂੰ ਜਿਹੜੇ ਸਾਡੇ ਬੱਚੇ ਆ, ਉਹਨਾਂ ਨੂੰ ਇੱਥੇ ਵਧੀਆ ਐਜੂਕੇਸ਼ਨ ਓਪਰਚੁਨਿਟੀ ਮਿਲ ਸਕੇ, ਸੋ ਵਧੀਆ ਜੌਬਾਂ ਵੀ ਮਿਲ ਸਕਣ। ਅਗਲੇ 10 ਸਾਲ ਲਈ ਪਲਾਨ ਜਿਹੜਾ ਬਣਾਇਆ ਜਾ ਰਿਹਾ, ਜਦੋਂ ਇਸ ਪੈਂਡੈਮਿਕ ਨੂੰ ਮੰਨਿਆ ਜਾਂਦਾ ਕਿ BC ਦੇ ਵਿੱਚ ਜਿਹੜਾ ਸਾਇੰਟਿਸਟ ਨੇ, ਸਰਕਾਰ ਨੇ ਬਹੁਤ ਵਧੀਆ ਤਰੀਕੇ ਨਾਲ ਹੈਂਡਲ ਕੀਤਾ, ਤੇ ਇੱਥੇ ਲੋਕ ਬਹੁਤ ਸਾਰੇ ਮਾਈਗ੍ਰੇਟ ਹੋਏ ਆ, ਤੇ ਜਦੋਂ ਹੀ ਆ ਪੈਂਡੈਮਿਕ ਜਾਂ ਖਤਮ ਹੁੰਦਾ, ਟਰੈਵਲ ਖਤਮ ਹੁੰਦਾ, ਬਹੁਤ ਸਾਰੇ ਲੋਕ ਆ ਜਿਹੜੇ ਇੱਥੇ ਮਾਈਗ੍ਰੇਟ ਕਰਨਾ ਚਾਹੁੰਦੇ ਆ। ਕੀ BC ਸਰਕਾਰ ਇਹਦੇ ਲਈ ਤਿਆਰ ਆ, ਜਿੰਨੇ ਜ਼ਿਆਦਾ ਲੋਕ ਇੱਥੇ ਆਉਣ ਵਾਲੇ ਸਮੇਂ ਵਿੱਚ ਆਉਣਗੇ ਉਹਨਾਂ ਨੂੰ ਹੈਂਡਲ ਕਰਨ ਦੇ ਲਈ? ਤੁਹਾਡੀ ਪੁਆਇੰਟ ਕਰੈਕਟ ਆ। ਰਾਈਟ ਨਾਓ ਸਾਰੇ ਕੰਟਰੀ ਵਿੱਚ ਜਿਹੜੇ ਵਰਕਰਸ ਆ, ਉਹ ਦੇਖ ਰਹੇ BC ਵਿੱਚ, ਬਿਕਾਜ਼ ਉਹਨਾਂ ਨੂੰ ਪਤਾ ਵੀ ਨਾਟ ਓਨਲੀ ਵੀ ਸਾਡੀ ਵੇਜਸ ਅਪ ਜਾ ਰਹੀਆਂ, ਪਰ ਆਲਸੋ ਉਹਨਾਂ ਨੂੰ ਪਤਾ ਵੀ ਵਰਕਰਸ ਲਈ ਪ੍ਰੋਟੈਕਸ਼ਨ ਹੋ ਰਹੀ ਇੱਥੇ, 5-day paid sick leave ਵਰਕਰਸ ਲਈ, ਸੋ ਦੈਟ ਜੇ ਉਹ ਬਿਮਾਰ ਹੋ ਗਏ ਉਹਨਾਂ ਨੂੰ ਕੰਮ ਤੇ ਨਹੀਂ ਜਾਣਾ ਪੈਣਾ। ਇਹ ਸਾਰੀਆਂ ਜਿਹੜੀਆਂ ਟੂਲਸ ਆ, ਇਹ ਆਲਸੋ ਵਰਕਰਸ ਲਈ ਗੁੱਡ ਆ, ਪਰ ਆਲਸੋ ਇਕਨੋਮੀ ਲਈ ਬਹੁਤ ਗੁੱਡ ਆ, ਬਿਕਾਜ਼ ਸਾਨੂੰ ਪਤਾ ਵੀ ਜਦੋਂ ਵਰਕਰਸ ਦੇਖ ਰਹੇ ਆ ਸਾਰੀ ਕੰਟਰੀ ਵਿੱਚ ਅਸੀਂ ਕਿਹੜੇ ਜੁਰਿਸਡਿਕਸ਼ਨ ਜਾ ਸਕਦੇ ਹਾਂ, ਉਹਨਾਂ ਨੂੰ ਪਤਾ ਵੀ ਇਹੋ ਜਿਹੀਆਂ ਚੀਜ਼ਾਂ ਡਿਫਰੈਂਸ ਮੇਕ ਕਰਦੀਆਂ ਉਹਨਾਂ ਨੂੰ ਅਟਰੈਕਟ ਕਰਨ ਲਈ। ਬਿਗੇਸਟ ਸਾਡੇ ਡਿਮਾਂਡ ਸਾਡੀ ਇਕਨੋਮੀ ਵਿੱਚ 10 ਏਰੀਆਜ਼ ਵਿੱਚ ਆ। ਫਰਸਟ, ਸਾਡੀ ਕੇਅਰ ਇਕਨੋਮੀ। ਸੋ ਫॉर ਐਗਜ਼ਾਮਪਲ ਜਿਹੜੇ ਹੈਲਥ ਕੇਅਰ ਵਰਕਰਸ ਆ, ਜਿਹੜੇ ਸਾਡੇ ਕੇਅਰ ਹੋਮਸ ਵਿੱਚ ਕੰਮ ਕਰਦੇ, ਸਾਡੇ ਲਵਡ ਵਨਸ ਨੂੰ ਟੇਕ ਕੇਅਰ ਕਰਦੇ ਆ, ਔਰ ਜਿਹੜੇ ਸਾਡੇ ਚਾਈਲਡ ਕੇਅਰ ਸੈਂਟਰਸ ਕੰਮ ਕਰਦੇ ਆ, ਜਿਹੜੇ अर्ਲੀ ਚਾਈਲਡ ਕੇਅਰ ਸੈਂਟਰਸ, ਉਹ ਕੇਅਰ ਇਕਨੋਮੀ ਵਿੱਚ ਬਹੁਤ ਜੌਬ ਡਿਮਾਂਡ ਆ ਰਿਹਾ। ਸੈਕੰਡ, ਸਾਡਾ ਟੈਕਨੋਲੋਜੀ ਸੈਕਟਰ, ਭਾਵੇਂ ਐਗਰੀਕਲਚਰ, ਐਗਰੀਟੈਕ or life sciences or any technology sector, ਇੱਥੇ booming ਹੋ ਰਿਹਾ, ਬਹੁਤ ਇਨਵੈਸਟਮੈਂਟ ਆ ਰਹੀ ਆ। ਤੇ ਥਰਡ ਹੈਗੀ ਕੰਸਟਰਕਸ਼ਨ ਸੈਕਟਰ, ਤੇ that's why ਅਸੀਂ BCIT ਦੀ ਫੈਸਿਲਿਟੀ ਅਨਾਉਂਸ ਕੀਤੀ ਆ। ਬਹੁਤ ਇੰਪੋਰਟੈਂਟ ਇਨਵੈਸਟਮੈਂਟ ਆ, ਪਰ ਸਾਨੂੰ ਪਤਾ ਹੋਰ ਇਨਵੈਸਟਮੈਂਟਸ ਕਰਨੀਆਂ ਪੈਣੀਆਂ, ਤੇ ਅਸੀਂ ਕਰਾਂਗੇ। ਲਾਸਟ ਕੁਐਸਚਨ ਜੀ, ਇੱਕ ਇੱਥੇ ਦੀ ਸਮੱਸਿਆ ਇਹ ਆ ਰਹੀ ਆ ਕਿ ਜਿਹੜੇ
ਅੰਪਲੋਇਰ ਨੇ ਉਹ ਜ਼ਿਆਦਾ ਵੇਜਸ ਦੇ ਕੇ ਤੇ ਈਵਨ ਜਿਹੜਾ ਸ਼ੁਰੂ ਦੇ ਵਿੱਚ ਹੀ ਉਹਨਾਂ ਨੂੰ ਇੱਕ ਜੁਆਇਨਿੰਗ ਕਰਨ ਵੇਲੇ ਹੀ ਬੋਨਸ ਦੇ ਕੇ ਅਟਰੈਕਟ ਕਰ ਰਹੇ ਆ ਆਪਣੇ ਵੱਲ ਨੂੰ, ਤੇ ਸਮੱਸਿਆ ਇਹ ਆ ਰਹੀ ਵੀ ਵਰਕਰ ਮਿਲ ਨਹੀਂ ਰਹੇ। ਇਸ ਚੀਜ਼ ਦਾ ਕੀ ਹੱਲ ਕੀਤਾ ਜਾ ਰਿਹਾ ਜੀ? Well, both important. So, Asim, as ਮੈਂ highlight ਕੀਤਾ, childcare both important because ਜਦੋਂ childcare prices down ਹੁੰਦੀਆਂ, mostly women actually workforce ਵਿੱਚ ਵਾਪਸ ਆਉਣਗੀਆਂ. So that's first. Right now, cost ਜਦੋਂ high ਹੁੰਦਾ, ਲੋਕੀ ਕਹਿੰਦੇ ਵੀ ਅਸੀਂ ਘਰ ਹੀ ਰਹਿੰਦੇ ਆ, ਫਾਇਦਾ ਨਹੀਂ ਕੰਮ ਤੇ ਜਾਣ ਲਈ. ਪਰ ਜਦੋਂ prices down ਹੁੰਦੀਆਂ, more people ਆਉਣਗੇ. Second, ਜਿਹੜੀ skills training ਤੇ retraining ਆ, ਬਹੁਤ important ਜਿੱਦਾਂ ਅਸੀਂ announcement ਮੈਂ ਕੀਤੀ ਆ. But third, of course, ਭਾਈ, is immigration. ਸਾਨੂੰ ਪਤਾ immigration is a good thing. Okay, ਅਸੀਂ ਸਾਰੇ ਇਮੀਗ੍ਰੇਸ਼ਨ ਸਿਸਟਮ 'ਚ ਆਏ ਹਾਂ, ਸਾਨੂੰ ਪਤਾ ਅਸੀਂ ਸਾਰੇ ਸੋਸਾਇਟੀ ਵਿੱਚ ਕੰਟਰੀਬਿਊਟ ਕਰ ਰਹੇ ਹਾਂ, ਪਰ ਫੈਡਰਲ ਗਵਰਨਮੈਂਟ ਕੋਲ ਸਾਰਾ ਕੰਟਰੋਲ ਆ ਤੇ ਅਸੀਂ ਉਹਨਾਂ ਨਾਲ ਰਾਈਟ ਨਾਓ ਫੈਡਰਲ ਗਵਰਨਮੈਂਟ ਨਾਲ ਕੰਮ ਕਰ ਰਹੇ ਹਾਂ ਸੋ ਦੈਟ ਉਹ ਸਿਸਟਮ ਜ਼ਿਆਦਾ ਈਜ਼ੀ ਹੋ ਜਾਵੇ। ਰਾਈਟ ਨਾਓ ਪ੍ਰੋਸੈਸ ਬਹੁਤ ਲੰਬਾ ਆ ਤੇ ਬਹੁਤ ਕੰਪਲਿਕੇਟਿਡ ਆ ਤੇ ਅਸੀਂ ਜੇ ਚਾਹੁੰਦੇ ਆ ਵਰਕਰਸ ਨੂੰ ਆਉਣ ਲਈ ਸਾਨੂੰ ਇੱਕ ਸਿਸਟਮ ਜ਼ਿਆਦਾ ਸਮੂਥ ਬਣਾਉਣਾ ਪੈਣਾ, ਪਰ ਸੈਕੰਡ ਜਦੋਂ ਲੋਕੀ ਆਉਂਦੇ ਆ ਉਹਨਾਂ ਦੇ ਜਿਹੜੇ ਸਕਿੱਲਸ ਆ ਸਾਨੂੰ ਰੈਕਗਨਾਈਜ਼ ਕਰਨੇ ਪੈਣੇ ਆ। ਸੋ ਇਹ ਨਾ ਹੋਵੇ ਵੀ ਉਹਨਾਂ ਨੂੰ ਬੁਲਾਓ ਕਹੋ ਵੀ ਤੁਹਾਡੇ ਟੈਲੈਂਟ ਚਾਹੀਦੇ ਫਿਰ ਤੁਹਾਨੂੰ ਪੜ੍ਹਾਈ ਕਰਨੀ ਪੈਣੀ ਹੈ 5 years ਲਈ, ਇਹ ਕੋਈ ਫਾਇਦਾ ਨਹੀਂ ਸਾਡੇ ਇਕਨੋਮੀ। ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਐਡਰੈਸ ਕਰਨੀਆਂ ਪੈਣੀਆਂ ਤੇ ਅਸੀਂ ਕਰ ਰਹੇ ਹਾਂ ਫੈਡਰਲ ਗਵਰਨਮੈਂਟ ਦੇ ਨਾਲ। ਰਵੀ ਕਾਲੋਂ ਜੀ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਤੁਸੀਂ ਸਾਡੀ ਬੇਨਤੀ ਦੇ ਉੱਤੇ ਸਾਡੇ ਨਾਲ ਜੁੜੇ, ਸਾਡੇ ਦਰਸ਼ਕਾਂ ਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ। ਥੈਂਕ ਯੂ ਵੈਰੀ ਮੱਚ। ਓਕੇ, ਥੈਂਕ ਯੂ ਤੁਹਾਡਾ ਬਹੁਤ। ਗ੍ਰੇਟਰ ਵੈਨਕੂਵਰ ਏਰੀਆ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਇੱਕ ਵਾਰਨਿੰਗ, ਖਾਸ ਕਰਕੇ ਔਰਤਾਂ ਦੇ ਲਈ ਜਾਂ ਜਿਹੜੇ ਕੱਲੀਆਂ ਕਿਸੇ ਪਾਸੇ ਸੈਰ ਕਰਨ ਜਾਂਦੀਆਂ ਉਹਨਾਂ ਦੇ ਲਈ ਇੱਕ ਖਾਸ ਵਾਰਨਿੰਗ। ਇੱਥੇ ਕੋਈ ਵੀ ਵਿਅਕਤੀ ਜਦੋਂ ਕਿਤੇ ਵੀ ਸੈਰ ਕਰਨ ਜਾਂਦਾ ਜਾਂ ਟ੍ਰੇਲਸ ਦੇ ਵਿੱਚ ਖਾਸ ਕਰਕੇ ਜਾਂਦਾ ਆ, ਜਿਹੜੇ ਉਹਦੀਆਂ ਪਗਡੰਡੀਆਂ ਬਣੀਆਂ ਹੁੰਦੀਆਂ ਇੱਕ ਸੰਘਣੇ ਦਰਖਤਾਂ ਦੇ ਇਲਾਕੇ ਦੇ ਵਿੱਚ, ਉਹਦੇ ਵਿੱਚ ਬਹੁਤ ਸਾਰੇ ਲੋਕ ਜੋਗਿੰਗ ਕਰਨ ਤਾਂ ਸੈਰ ਕਰਨ ਜਾਂਦੇ ਆ ਤੇ ਇਹਨੂੰ ਸੇਫ ਸਮਝਿਆ ਜਾਂਦਾ ਵੀ ਇੱਥੇ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਕਿਸੇ ਨਾਲ ਨਹੀਂ ਵਾਪਰ ਸਕਦੀ। ਪਰ ਲਗਾਤਾਰ ਪਿਛਲੇ ਸਮੇਂ ਦੇ ਵਿੱਚ ਕੁਝ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਜਿਹਦੇ ਵਿੱਚ ਔਰਤਾਂ ਨੂੰ ਖਾਸ ਤੌਰ 'ਤੇ ਆਪਣੀ ਸੁਰੱਖਿਆ ਬਾਰੇ ਚਿੰਤਾ ਸ਼ੁਰੂ ਹੋਈ ਹੈ। ਕੁਝ ਮਹੀਨੇ ਪਹਿਲਾਂ ਲਗਾਤਾਰ 2-3 ਘਟਨਾਵਾਂ ਸਰੀ ਵਿੱਚ ਵਾਪਰੀਆਂ ਸੀ ਜਿਹਦੇ ਵਿੱਚ ਸੈਰ ਕਰਦੀਆਂ ਜਾਂ ਪਾਰਕ ਦੇ ਵਿੱਚੋਂ ਗੁਜ਼ਰਦੀਆਂ ਕੁੜੀਆਂ ਦੇ ਨਾਲ ਕੁਝ ਲੋਕਾਂ ਨੇ ਉਹਨਾਂ ਨੂੰ ਸੈਕਸੁਅਲੀ ਅਸੌਲਟ ਕੀਤਾ। 2 ਘਟਨਾਵਾਂ ਕੁਝ ਦਿਨਾਂ ਦੇ ਵਿੱਚ ਹੀ ਵੈਨਕੂਵਰ ਦੇ ਵਿੱਚ ਦੇਖਣ ਨੂੰ ਮਿਲੀਆਂ। ਪੁਲਿਸ ਨੇ ਵਾਰਨਿੰਗ ਦਿੱਤੀ ਹੈ ਨਾ ਸੈਕਸੁਅਲ ਅਸੌਲਟ ਨੂੰ ਲੈ ਕੇ ਮੈਟਰੋ ਵੈਨਕੂਵਰ ਦੀਆਂ ਟ੍ਰੇਲਸ ਦੇ ਵਿੱਚ, ਔਰ ਜਿਹੜੀਆਂ ਕੁਝ ਦਿਨਾਂ ਦੇ ਵਿੱਚ ਹੀ 2 ਵੱਡੀਆਂ ਘਟਨਾਵਾਂ ਵਾਪਰੀਆਂ। ਮੰਗਲਵਾਰ ਨੂੰ ਇੱਕ ਘਟਨਾ ਵਾਪਰੀ ਆ, ਇੱਕ ਔਰਤ ਜੋਗਿੰਗ ਕਰ ਰਹੀ ਸੀ ਪੈਸੀਫਿਕ ਸਪਿਰਿਟ ਪਾਰਕ ਦੇ ਵਿੱਚ, UBC ਦੇ ਵਿੱਚ ਹੈ ਸਕੂਲ ਆਫ ਐਂਥਰੋਪੋਲੋਜੀ ਆ, ਉਹਦੇ ਨੇੜੇ ਟ੍ਰੇਲ ਜਾਂਦੀ ਆ ਉਸ ਪਾਰਕ ਦੇ ਵਿੱਚ, ਉਹਦੇ ਵਿੱਚੋਂ ਜੋਗਿੰਗ ਕਰ ਰਹੀ ਸੀ, ਦੌੜ ਰਹੀ ਸੀ ਕਿ ਪਿੱਛੋਂ ਆ ਕੇ ਕਿਸੇ ਵਿਅਕਤੀ ਨੇ ਉਹਨੂੰ ਫੜ ਲਿਆ ਤੇ ਸੈਕਸੁਅਲੀ ਅਸੌਲਟ ਕੀਤਾ। ਇਸ ਘਟਨਾ ਨੇ ਉੱਥੇ ਰਹਿਣ ਵਾਲੇ ਸਾਰੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਆ। ਹਾਲਾਂਕਿ ਇਹਦੇ ਤੋਂ ਬਾਅਦ ਜਲਦੀ ਉਸ ਔਰਤ ਨੇ ਜਦੋਂ ਡਿਸਕ੍ਰਿਪਸ਼ਨ ਦੱਸੀ ਕਿ ਇਸ ਤਰ੍ਹਾਂ ਦਾ ਇਹ ਵਿਅਕਤੀ ਸੀ ਤਾਂ ਉਹਨੂੰ ਥੋੜ੍ਹਾ ਸਮਾਂ ਬਾਅਦ ਹੀ ਲੱਭ ਲਿਆ ਪੁਲਿਸ ਨੇ ਤੇ ਉਹਨੂੰ ਅਰੈਸਟ ਕਰ ਲਿਆ, ਉਹਦੇ ਉੱਤੇ ਚਾਰਜ ਲਾਏ ਗਏ ਆ। ਇਸ ਮਾਮਲੇ ਦੇ ਵਿੱਚ ਉਹਨਾਂ ਨੇ ਔਰਤ ਦੀ ਪੁਲਿਸ ਨੇ ਸਿਫਤ ਕੀਤੀ ਹੈ ਕਿ ਉਹਨੇ ਜਿਸ ਤਰੀਕੇ ਨਾਲ ਡਿਸਕ੍ਰਿਪਸ਼ਨ ਦੱਸੀ ਤੇ ਉਹਦੇ ਤੋਂ ਪੁਲਿਸ ਇਸ ਗੱਲ ਦੇ ਵਿੱਚ ਸਫਲ ਹੋਈ ਕਿ ਉਹਨੂੰ ਲੱਭ ਲਿਆ ਜਾਵੇ। ਪਰ ਇਸ ਚੀਜ਼ ਨੇ ਉੱਥੇ ਰਹਿਣ ਵਾਲੇ ਲੋਕਾਂ ਨੂੰ ਇੱਕ ਵਾਰੀ ਹਿਲਾ ਕੇ ਰੱਖ ਦਿੱਤਾ ਕਿ ਇਹ ਕਿਸ ਤਰ੍ਹਾਂ ਦੀ ਘਟਨਾ ਹੋਈ ਕਿ ਔਰਤ ਪਾਰਕ ਦੇ ਵਿੱਚ ਉਹਦੇ ਵਿੱਚ ਟ੍ਰੇਲ ਦੇ ਉੱਤੇ ਜਾ ਕੇ ਸੈਰ ਕਰ ਰਹੀ ਹੈ ਤੇ ਪਿੱਛੋਂ ਜਾ ਕੇ ਕੋਈ ਇਸ ਤਰ੍ਹਾਂ ਦੀ ਹਰਕਤ ਕਰਦਾ। ਲੋਕ ਦੱਸਦੇ ਆ ਕਿ ਪਾਰਕ ਬਹੁਤ ਸੇਫ ਪਾਰਕ ਹੁੰਦਾ ਸੀ, ਇੱਥੇ ਜਾਣ ਲੱਗੇ ਸੋਚਣਾ ਨਹੀਂ ਸੀ ਪੈਂਦਾ ਤੇ ਤੁਸੀਂ ਇੱਦਾਂ ਹੁੰਦਾ ਨਹੀਂ ਸੀ ਕਦੇ। ਲੋਕ ਉੱਥੇ ਬਾਈਕ ਦੇ ਉੱਤੇ ਜਾਂਦੇ ਆ, ਡੌਗਸ ਨੂੰ ਲੈ ਕੇ ਜਾਂਦੇ ਆ ਇਕੱਲੇ, ਕਦੇ ਲੋਕਾਂ ਦੇ ਦਿਮਾਗ ਦੇ ਵਿੱਚ ਨਹੀਂ ਆਉਂਦਾ ਵੀ ਇੱਥੇ ਕੋਈ ਨਾ ਕੋਈ ਡਰ ਜਾਂ ਇੱਦਾਂ ਦੀ ਕੋਈ ਚੀਜ਼ ਹੋ ਸਕਦੀ ਹੈ। ਇਹ ਗੱਲ ਚਿੰਤਾ ਵਾਲੀ ਕਿਉਂ ਆ ਕਿ ਇਹਨੂੰ ਇੱਕ ਹੋਰ ਚੀਜ਼ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਕਿ ਕੁਝ ਦਿਨ ਪਹਿਲਾਂ ਹੀ ਇੱਕ ਹੋਰ ਘਟਨਾ ਵਾਪਰੀ ਆ। ਕੁਝ ਦਿਨ ਪਹਿਲਾਂ ਜਿਹੜੀ ਇੱਕ ਔਰਤ ਆ ਉਹਨੂੰ ਨਾਰਥ ਵੈਨਕੂਵਰ ਦੀ ਲਿਨ ਕੈਨੀਅਨ ਪਾਰਕ ਦੇ ਵਿੱਚ ਇੱਕ ਟ੍ਰੇਲ ਦੇ ਵਿੱਚ ਜਦੋਂ ਜਾ ਰਹੀ ਸੀ, ਉੱਥੇ ਵੀ ਇੱਕ ਵਿਅਕਤੀ ਨੇ ਆ ਕੇ ਉਸ ਔਰਤ ਨੂੰ ਫੜ ਲਿਆ ਤੇ ਉਹਨੂੰ ਸੈਕਸੁਅਲੀ ਅਸੌਲਟ ਕੀਤਾ। ਨਾਰਥ ਵੈਨਕੂਵਰ RCMP ਨੇ ਪਬਲਿਕ ਨੂੰ ਵਾਰਨਿੰਗ ਵੀ ਦਿੱਤੀ ਆ ਕਿ ਜਿਸ ਤਰੀਕੇ ਨਾਲ ਇਸ ਲਿਨ ਕੈਨੀਅਨ ਪਾਰਕ ਦੇ ਵਿੱਚ ਐਤਵਾਰ ਦੀ ਇਹ ਘਟਨਾ ਸੀ, ਉਹਨੂੰ ਸੈਕਸੁਅਲੀ ਅਸੌਲਟ ਕੀਤਾ ਗਿਆ। ਔਰਤ ਜਦੋਂ ਜਿਹੜੀ ਵਾਰਲੇ ਲੂਪ ਟ੍ਰੇਲ ਆ ਉਹਨੂੰ 1:30 ਵਜੇ ਦੇ ਕਰੀਬ ਛੱਡ ਕੇ ਆ ਰਹੀ ਸੀ ਕਿ ਇੱਕ ਵਿਅਕਤੀ ਉਹਦੇ ਕੋਲ ਪਹੁੰਚਿਆ ਤੇ ਉਹਨੇ ਉਹਨੂੰ ਫੜ ਲਿਆ। RCMP ਦੱਸ ਰਹੀ ਆ, ਉਹ ਬੰਦੇ ਦੀ ਜਿਹੜੀ ਡਿਸਕ੍ਰਿਪਸ਼ਨ ਉਸ ਵੇਲੇ ਪੁਲਿਸ ਨੇ ਦੱਸੀ ਸੀ RCMP ਨੇ ਕਿ 25 ਤੋਂ 30 ਸਾਲ ਦੇ ਵਿਚਕਾਰ ਲੱਗਦਾ, ਮੀਡੀਅਮ ਕੰਪਲੈਕਸ਼ਨ ਆ, 6 ਫੁੱਟ ਉੱਚਾ ਤੇ 170 ਪਾਉਂਡ ਉਹਦਾ ਭਾਰ ਲੱਗਦਾ ਹੈ ਤੇ ਉਹਨੇ ਕਹਿੰਦੇ ਬਲੈਕ ਹੁੱਡੀ ਪਾਈ ਸੀ, ਸਿਲਵਰ ਫਰੇਮਡ ਗਲਾਸਿਸ ਲਾਈਆਂ ਸੀ ਤੇ ਹੁਣ ਪੁਲਿਸ ਉਹਨੂੰ ਲੱਭ ਰਹੀ ਆ। UBC ਦੇ ਇਸ ਪਾਰਕ ਦੇ ਵਿੱਚ ਸਕੂਲ ਆਫ ਐਂਥਰੋਪੋਲੋਜੀ ਦੀ ਘਟਨਾ ਜਾਂ ਨਾਰਥ ਵੈਨਕੂਵਰ ਦੀ ਇਹ ਘਟਨਾ, ਦੋਵਾਂ ਘਟਨਾਵਾਂ ਦੇ ਵਿੱਚ ਆਪਸ 'ਚ ਕੋਈ ਸੰਬੰਧ ਨਹੀਂ ਲੱਗ ਰਿਹਾ ਪੁਲਿਸ ਨੂੰ। ਪਰ ਥੋੜ੍ਹਾ ਸਮਾਂ ਪਹਿਲਾਂ ਸਰੀ ਦੀਆਂ ਪਾਰਕਾਂ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣੀਆਂ
ਤੇ ਹੁਣ ਇਸ ਤਰ੍ਹਾਂ ਦੀਆਂ ਘਟਨਾਵਾਂ ਵੈਨਕੂਵਰ ਦੇ ਪਾਰਕਾਂ ਦੇ ਵਿੱਚ ਹੋਣੀਆਂ, ਜਿਹਦੇ ਵਿੱਚ ਔਰਤਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੈਕਸੁਅਲੀ ਅਸੌਲਟ ਕਰਨ ਦੇ ਲਈ। ਇਹ ਬਹੁਤ ਚਿੰਤਾ ਪੈਦਾ ਕਰਨ ਵਾਲੀਆਂ ਘਟਨਾਵਾਂ ਨੇ। ਪੁਲਿਸ ਨੇ ਵਾਰਨਿੰਗ ਵੀ ਦਿੱਤੀ ਹੈ ਕਿ ਖਿਆਲ ਨਾਲ ਜਾਇਆ ਜਾਵੇ, ਤੇ ਨਾਲ ਉਹਨਾਂ ਨੇ ਮਦਦ ਦੀ ਅਪੀਲ ਵੀ ਕੀਤੀ ਹੈ ਕਿ ਜੇ ਕਿਸੇ ਨੂੰ ਇਹਨਾਂ ਬਾਰੇ ਕੁਝ ਪਤਾ ਹੋਵੇ ਤਾਂ 604 985 1311 ਉੱਤੇ ਫੋਨ ਕਰਕੇ ਜਾਣਕਾਰੀ ਜ਼ਰੂਰ ਦੇਣ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।